साध संगत आप सब माई भाई, काफ़ी समय तो गुरु चरणों जुड़ बैठे हो। हुण तक आपने गुरबाणी के कीर्तन का विचारों का आनंद माणिया है। होर जितना समा अपने पास बाकी बचिया है, इसनूं भी आपां सफला बनाउणा है। उस समय की सफलता वास्ते सफल मूर्त सफला घड़ी, जित सच्चे नाल प्यार। साडे पास इहो ही साधन है। आपां उस अकाल पुरख वाहिगुरू की याद विच संगत के रूप जुड़ मिल बैठिए, अकाल पुरख वाहिगुरू की सिफत करिए, जिस करके
ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ, ਗੁਰੂ ਕਾ ਪਵਿੱਤਰ ਜਸ ਸੁਣਾਂਗੇ, ਕੰਨ ਪਵਿੱਤਰ ਹੋਣਗੇ। ਰਸਨਾ ਦੇ ਨਾਲ ਗੁਰੂ ਕੀ ਪਵਿੱਤਰ ਬਾਣੀ ਦਾ ਗਾਇਨ ਕਰਾਂਗੇ, ਰਸਨਾ ਸਫਲੀ ਹੋਵੇਗੀ। ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੀ ਗੁਰੂ ਕਮਾਈ ਭਾਈ। ਜਿਤਨੇ ਵੀ ਪਿੱਛੇ ਤੱਕ ਬੈਠੇ ਹੋ, ਸ਼ਬਦ ਦੀ ਧਾਰਨਾ ਵਿੱਚ ਬੋਲੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ ਜੀ। ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਹਾਏ ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ। ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਐਸਿਆਂ ਗੁਰਾਂ ਤੋਂ ਬਲ ਬਲ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਐਸਿਆਂ ਗੁਰਾਂ ਤੋਂ ਬਲ ਬਲ ਜਾਈਏ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ। ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਹੀਐ। ਅੰਤ ਨਹੀਂ ਕਿਛ ਪਾਰੈ, ਲਾਖ 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 ਕਈ ਕੋਰੈ। ਕੋ ਹੈ ਐਸੋ ਵਿਚਾਰੈ, ਬਿਸਮ 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 ਹੀ ਭਾਈ ਹੈ। ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤ ਨਰਸ ਆਈ ਹੈ। ਜਿਉ ਚਾਕ ਗੂੰਗਾ ਮੁਸਕਾਰੈ, ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ, ਐਸਿਆਂ ਗੁਰਾਂ ਤੋਂ ਬਲ ਬਲ ਜਾਈਏ।
हाय आप मुकुट मोहे तारे दी, ऐसिया गुरा तू बल बल। आप मुकुट मोहे तारे दी, ऐसिया गुरा तू बल बल जाइए। ऐसिया गुरा तो बल बल, ऐसिया गुरा तो बल बल जाइए। ऐसिया गुरा तो बल बल जाइए, ऐसिया गुरा तो बल बल जाइए। आप मुकुट मोहे तारे दी, ऐसिया गुरा तू बल बल। आप मुकुट मोहे तारे दी, ऐसिया गुरा तू बल बल जाइए। साध संगत, आप सबना ਦੇ ਅਤਿਅੰਤ ਵੱਡੇ ਭਾਗ ਨੇ। ਜੋ ਅੱਜ ਇਸ ਮਹਾਨ ਪਵਿੱਤਰ ਪੁਰਬ ਸਮੇਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ। ਆਪ ਸਰਬਤ ਸੰਗਤਾਂ ਨੂੰ ਇਸ ਗੱਲ ਦਾ ਤੇ ਭਲੀ ਪ੍ਰਕਾਰ ਪਤਾ ਹੀ ਹੈ ਕਿ ਜਿੱਥੇ ਅੱਜ ਖਾਲਸਾ ਪੰਥ ਦੀ ਸਿਰਜਣਾ ਦਾ ਮਹਾਨ ਪਵਿੱਤਰ ਦਿਹਾੜਾ ਹੈ, ਵੈਸਾਖ ਮਹੀਨੇ ਦੀ ਸੰਗਰਾਂਦ, ਉੱਥੇ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਦਾ ਪਵਿੱਤਰ ਪੁਰਬ ਵੀ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਅੱਜ ਦੇ ਦਿਨ ਸੰਸਾਰ ਨੂੰ, ਮਨੁੱਖਤਾ ਨੂੰ ਇੱਕ ਨਵੀਂ ਕੌਮ ਸਿਰਜ ਕੇ ਦਿੱਤੀ ਬਾਕਾਇਦਾ ਤੌਰ 'ਤੇ। ਵੀ ਸਿੱਖੀ ਦੀ ਵਿਚਾਰਧਾਰਾ, ਸਿੱਖੀ ਦੀ ਰਹੁ ਰੀਤ, ਉਹ ਤਾਂ ਭਾਵੇਂ ਪਹਿਲੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਪ੍ਰਚਲਿਤ ਹੋ ਚੁੱਕੀ ਸੀ, ਪਰ ਗੁਰੂ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਦੇ ਦਿਨ ਵਿਧੀਵਤ ਤਰੀਕੇ ਦੇ ਨਾਲ ਸੰਸਾਰ ਦੇ ਸਾਹਮਣੇ ਸਤਿਗੁਰੂ ਜੀ ਦੇ ਸਾਜੇ ਨੇ ਵਾਜੇ ਖਾਲਸੇ ਨੇ ਫਿਰ ਸਮੇਂ-ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਸੀਹਤ ਦੇ ਉੱਪਰ ਅਮਲ ਕਰਕੇ ਮਨੁੱਖਤਾ ਦੀ ਸੇਵਾ ਵੀ ਕੀਤੀ, ਗਰੀਬਾਂ ਮਜ਼ਲੂਮਾਂ ਦੀ ਰੱਖਿਆ ਵੀ ਕੀਤੀ, ਸੱਚਾਈ
ਔਰ ਧਰਮ ਨੂੰ ਸਥਾਪਿਤ ਕਰਨ ਵਾਸਤੇ ਕੁਰਬਾਨੀਆਂ ਵੀ ਦਿੱਤੀਆਂ। ਜਦੋਂ ਵੀ ਕਿਤੇ ਜ਼ਰੂਰਤ ਪਈ, ਸਤਿਗੁਰੂ ਜੀ ਦੇ ਖਾਲਸਾ ਨੇ ਬੜੀਆਂ ਮੱਲਾਂ ਮਾਰੀਆਂ ਹਰ ਖੇਤਰ ਦੇ ਵਿੱਚ ਹੀ। ਔਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਦਾ ਪਵਿੱਤਰ ਪੁਰਬ ਹੈ, ਇਸ ਨਵੀਂ ਕੌਮ ਨੂੰ ਸਿਰਜਣ ਦੇ ਵਿੱਚ ਭਾਵੇਂ ਯੋਗਦਾਨ ਤੇ ਸਾਡੇ ਸਾਰੇ ਗੁਰੂ ਸਾਹਿਬਾਨ ਦਾ ਹੈ। ਪੰਥ ਤੇ ਭਾਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਸਾਜ ਗਏ ਸਨ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਕ ਨਿਰਾਲਾ ਪੰਥ, ਸੰਸਾਰ ਦੇ ਨਾਲੋਂ ਵੱਖਰਾ ਪੰਥ, ਹਿੰਦੂ ਮੁਸਲਮਾਨ ਦੋਨਾਂ ਤੋਂ ਨਿਆਰਾ ਪੰਥ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਭਾਈ ਗੁਰਦਾਸ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ, ਨਿਰਾਲਾ ਇੱਕ ਵੱਖਰਾ ਪੰਥ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਸਾਜ ਗਏ ਸਨ। ਸਾਧ ਸੰਗਤ ਇਹ ਇੱਕ ਐਸੀ ਪ੍ਰਕਿਰਿਆ ਸੀ, ਇੱਕ ਐਸਾ ਪ੍ਰੋਸੈਸ ਸੀ ਜਿਹੜਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਜਿਸ ਦੀ ਸ਼ੁਰੂਆਤ ਹੋ ਗਈ, ਔਰ ਫਿਰ ਜਿਸ ਨੂੰ ਅੰਤਮ ਛੋਹ ਬਖਸ਼ੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਸ ਪ੍ਰਕਿਰਿਆ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਯੋਗਦਾਨ ਵੀ ਬਹੁਤ ਵੱਡਾ ਹੈ, ਕਿਉਂਕਿ ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਪਲੇਟਫਾਰਮ 'ਤੇ ਲਿਆਂਦਾ। ਜਾਤ ਪਾਤ ਦੇ ਬੰਧਨ ਭਾਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋੜ ਗਏ ਸਨ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਵਿਗੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਤੇ ਜੀਵ ਦੀ ਕਰਨੀ ਦੇਖੀ ਜਾਣੀ ਹੈ, ਜਿਸਦੇ ਕਰਮਾਂ ਦਾ ਮੁਤਾਲਿਆ ਕੀਤਾ ਜਾਏਗਾ। ਅੱਗੇ ਨਿਬੇੜਾ ਜਾ ਕੇ ਕਰਮਾਂ 'ਤੇ ਹੋਣਾ ਹੈ। ਕਿਸੇ ਦੀ ਜਾਤ ਨਹੀਂ ਪੁੱਛੀ ਜਾਣੀ, ਕਿਸੇ ਦਾ ਵਰਣ ਨਹੀਂ ਪੁੱਛਿਆ ਜਾਣਾ, ਕਿਸੇ ਦਾ ਆਸ਼ਰਮ ਨਹੀਂ ਪੁੱਛਿਆ ਜਾਣਾ। ਬਸ ਇੱਕੋ ਹੀ ਗੱਲ ਪੁੱਛੀ ਜਾਣੀ ਹੈ ਵੀ ਕਰਮ ਕਿਹੋ ਜਿਹੇ ਕੀਤੇ ਹਨ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਸਿਲਸਿਲਾ ਖਤਮ ਕਰਨ ਵਾਸਤੇ ਗੁਰੂ ਕੇ ਲੰਗਰ ਦੇ ਵਿੱਚ ਇੱਕ ਪ੍ਰਥਾ ਪ੍ਰਚਲਿਤ ਕਰ ਦਿੱਤੀ। ਉਹ ਸਾਧ ਸੰਗਤ ਲੰਗਰ ਜਾਂ ਭੰਡਾਰੇ ਛੇਤਰ ਪਹਿਲਾਂ ਵੀ ਚੱਲਦੇ ਸਨ। ਵੱਡੇ ਵੱਡੇ ਸੇਠ ਸ਼ਾਹੂਕਾਰ ਛੇਤਰ ਲਾਉਂਦੇ ਸਨ, ਹੋਰ ਧਰਮ ਸਥਾਨਾਂ 'ਤੇ ਵੀ ਛੇਤਰ ਚੱਲਦੇ ਸਨ। ਪਰ ਜਿਹੜੀ ਉਦੋਂ ਰਹੁ ਰੀਤ ਸੀ, ਉਦੋਂ ਵੱਖਰੀਆਂ ਵੱਖਰੀਆਂ ਪੰਗਤਾਂ ਲਵਾਈਆਂ ਜਾਂਦੀਆਂ ਸਨ। ਬ੍ਰਾਹਮਣਾਂ ਦੀ ਪੰਗਤ ਅਲੱਗਾ ਲੱਗਦੀ, ਖੱਤਰੀਆਂ ਦੀ ਅਲੱਗਾ, ਜਿਹੜੇ ਵੈਸ਼ ਸਨ ਉਹਨਾਂ ਦੀ ਅਲੱਗਾ, ਔਰ ਸ਼ੂਦਰਾਂ ਦੀ ਵੱਖਰੀ ਪੰਗਤੀ ਲਾਈ ਜਾਂਦੀ। ਪਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਜਿਹੜਾ ਵੀ ਕੋਈ ਭੋਜਨ ਛਕਣ ਵਾਸਤੇ, ਗੁਰੂ ਕਾ ਲੰਗਰ ਛਕਣ ਵਾਸਤੇ ਪ੍ਰਵੇਸ਼ ਹੁੰਦਾ, ਉਹਦੇ ਪਾਸੋਂ ਉਸਦੀ ਜਾਤੀ ਨਹੀਂ ਸੀ ਪੁੱਛੀ ਜਾਂਦੀ, ਉਸ ਦਾ ਵਰਨ ਆਸ਼ਰਮ ਨਹੀਂ ਸੀ ਪੁੱਛਿਆ ਜਾਂਦਾ। ਸਭਨਾਂ ਨੂੰ ਇੱਕੋ ਹੀ ਪੰਗਤੀ ਦੇ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ। ਜੇ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਅਕਬਰ ਆ ਗਿਆ, ਉਹ ਵੀ ਉਸੇ ਪੰਗਤੀ ਵਿੱਚ ਲੰਗਰ ਬੈਠ ਕੇ ਲੰਗਰ ਛਕ ਰਿਹਾ ਹੈ। ਕੋਈ ਕੰਗਲਾ ਆ ਗਿਆ, ਉਹ ਵੀ ਉਸੇ ਹੀ ਪੰਗਤੀ ਵਿੱਚ ਬੈਠ ਕੇ ਲੰਗਰ ਛਕਦਾ ਹੈ। ਸਤਿਗੁਰੂ ਜੀ ਨੇ ਇਹ
ਇੱਕ ਬਹੁਤ ਵੱਡਾ ਕਲੰਕ ਲਾਉਣ ਵਾਸਤੇ, ਮਨੁੱਖਤਾ ਦੇ ਉੱਪਰ ਬਹੁਤ ਵੱਡਾ ਉਪਕਾਰ ਕੀਤਾ, ਇਹ ਜਾਤ ਪਾਤ ਦੇ ਬੰਧਨ ਤੋੜਨ ਵਾਸਤੇ। ਵੈਸੇ ਤੇ ਹੋਰ ਵੀ ਬਹੁਤ ਸਾਰੀਆਂ ਕਿੰਨੀਆਂ ਹੀ ਸਮਾਜਿਕ ਬੁਰਾਈਆਂ ਸਨ ਜਿਹੜੀਆਂ ਉਸ ਵੇਲੇ ਪ੍ਰਚਲਿਤ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਇੱਕ ਕਰਕੇ ਬਹੁਤ ਸਾਰੀਆਂ ਬੁਰਾਈਆਂ ਨੂੰ, ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ। ਸਿੱਖੀ ਦੀ ਰਾਹ ਰੀਤ ਦ੍ਰਿੜ ਕਰਵਾਈ। ਗੁਰੂ ਘਰ ਦੇ ਵਿੱਚ ਜਿਹੜੇ ਜੋੜ ਮੇਲੇ ਮਨਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ ਨਾ, ਜਿਸ ਤਰ੍ਹਾਂ ਅੱਜ ਵਿਸਾਖੀ ਦਾ ਪੁਰਬ ਹੈ, ਇਹ ਵਿਸਾਖੀ ਦਾ ਪੁਰਬ ਵੀ ਗੁਰੂ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਮਨਾਇਆ ਜਾਂਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਪਾਰੋ ਜੁਲਕਾ ਦੀ ਬੇਨਤੀ ਮੰਨ ਕੇ ਸਾਲ ਦੇ ਵਿੱਚ 2 ਜੋੜ ਮੇਲੇ ਨਿਯਤ ਕੀਤੇ, ਇੱਕ ਦੀਵਾਲੀ ਦਾ ਔਰ ਦੂਸਰਾ ਵਿਸਾਖੀ ਦਾ। ਇਹ ਜੋੜ ਮੇਲੇ ਮਨਾਉਣ ਦੀ ਪਰੰਪਰਾ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼ੁਰੂ ਕੀਤੀ। ਜੋ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਦੀ ਰਾਹ ਰੀਤ ਹੈ, ਇਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਸ਼ੁਰੂ ਹੋਈ। ਗੁਰੂ ਘਰ ਦੇ ਵਿੱਚ ਗੁਰਸਿੱਖ ਜੋੜਿਆਂ ਦਾ ਵਿਆਹ ਕਰਵਾਇਆ ਜਾਂਦਾ। ਸਤੀ ਪ੍ਰਥਾ ਉਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੰਦ ਕੀਤੀ। ਪੜਦੇ ਦਾ ਰਿਵਾਜ ਉਹ ਸਤਿਗੁਰੂ ਜੀ ਨੇ ਵਰਜ ਦਿੱਤਾ ਗੁਰੂ ਘਰ ਦੇ ਵਿੱਚ। ਹਾਂ, ਬਹੁਤ ਸਾਰੀਆਂ ਹੋਰ ਐਸੀਆਂ ਸਮਾਜਿਕ ਕੁਰੀਤੀਆਂ ਜਿਹੜੀਆਂ ਇੱਕ ਕਿਸਮ ਦੇ ਨਾਲ ਸਮਾਜ ਵਾਸਤੇ ਕਲੰਕ ਬਣ ਚੁੱਕੀਆਂ ਸਨ। ਸਤਿਗੁਰੂ ਜੀ ਨੇ ਉਹ ਕੁਰੀਤੀਆਂ ਦੂਰ ਕੀਤੀਆਂ। ਉਸ ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਅੱਜ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਦਾ ਪਵਿੱਤਰ ਪੁਰਬ ਹੈ। ਉਹਨਾਂ ਦਾ ਪਵਿੱਤਰ ਜਸ ਕਰਦਿਆਂ ਭੱਟਾਂ ਨੇ ਉਚਾਰਨ ਕੀਤਾ ਹੈ, ਗੁਰੂ ਅਮਰਦਾਸ ਪਰਸੀਐ ਭਉਮ ਪਾਤਕ ਵਿਨਾਸ਼ੈ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਾਉ ਮੁਕੈ। ਗੁਰੂ ਅਮਰਦਾਸ ਪਰਸੀਐ ਅਭਾਉ ਲੱਭੈ ਗਾਉ ਚੁੱਕੈ ਹੈ। ਇੱਕ ਬਿਨ ਦੁਗੁਣ ਜੋ ਤੌਰ ਹੈ, ਜਾਸ ਮੰਤਰ ਮਾਨਵਹਿ ਲਹੈ। ਜਾਲ ਪਾ ਪਦਾਰਥ ਇਤੜੇ। ਇਤਨੀਆਂ ਬਖਸ਼ਿਸ਼ਾਂ, ਇਤਨੇ ਪਦਾਰਥ, ਇਤਨੀਆਂ ਦਾਤਾਂ ਭੱਟ ਜਾਲਪ ਜੀ ਕਥਨ ਕਰਦੇ ਨੇ। ਜਾਲ ਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿਠਾ ਮਿਲੈ। ਉਹਨਾਂ ਦੇ ਸਿਰਫ ਦਰਸ਼ਨ ਮਾਤਰ ਕਰਕੇ ਹੀ ਪ੍ਰਾਪਤ ਹੋ ਜਾਂਦੇ ਨੇ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸੁਮ ਬਸੰਤ ਗਨੰਤ ਨਾ ਆਵੇ। ਜਦੋਂ ਆਸਮਾਨ 'ਤੇ ਬੱਦਲ ਚੜ੍ਹ ਕੇ ਆਉਂਦਾ ਹੈ, ਜਿਤਨੀਆਂ ਬੂੰਦਾਂ ਵਰਸਦੀਆਂ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਮੌਸਮੇ ਬਹਾਰ ਦੇ ਵਿੱਚ ਵਨਸਪਤੀ 'ਤੇ ਜਿਤਨੇ ਫੁੱਲ ਖਿੜਦੇ ਹਨ, ਉਹ ਫੁੱਲ ਗਿਣੇ ਨਹੀਂ ਜਾ ਸਕਦੇ। ਦੁਨੀਆ ਦਾ ਅੰਧਕਾਰ ਦੂਰ ਕਰਨ ਵਾਸਤੇ ਚੰਦਰਮਾ ਅਤੇ ਸੂਰਜ ਜਿਤਨੀਆਂ ਕਿਰਨਾਂ ਛੱਡਦੇ ਹਨ, ਉਹ ਗਿਣੀਆਂ ਨਹੀਂ ਜਾ ਸਕਦੀਆਂ। ਸਮੁੰਦਰ ਕਿਤਨਾ ਕੁ ਡੂੰਘਾ ਹੈ, ਸਮੁੰਦਰ ਵਿੱਚ ਕਿੰਨਾ ਕੁ ਪਾਣੀ ਹੈ, ਸਮੁੰਦਰ ਦਾ ਥਾਹ ਪਾਰਾਵਾਰ ਕੋਈ ਪਾ ਨਹੀਂ ਸਕਦਾ। ਘਨ ਹਰ ਬੂੰਦ ਬਸੋਰੋ ਮਾਵਲ, ਕੁਸੁਮ ਬਸੰਤ ਗਨੰਤ ਨਾ ਆਵੇ। ਰੱਬ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ। ਉਪਮਾ ਤੋਹਿ ਬਨ ਆਵੇ, ਤੇਰੀ ਉਪਮਾ ਤੋਹਿ ਬਨ ਆਵੇ। ਉਪਮਾ
ਉਪਮਾ ਤੋਹਿ ਬਨ ਆਵੇ, ਤੇਰੀ ਉਪਮਾ ਤੋਹਿ ਬਨ ਆਵੇ। ਹਾ ਉਪਮਾ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ, ਤੇਰੀ ਉਪਮਾ ਤੋਹਿ ਬਨ ਆਵੇ। ਤੇਰੀ ਉਪਮਾ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ, ਤੇਰੀ ਉਪਮਾ ਤੋਹਿ ਬਨ ਆਵੇ। ਉਪਮਾ ਤੋਹਿ ਬਨ ਆਵੇ, ਤੇਰੀ ਉਪਮਾ ਤੋਹਿ ਬਨ ਆਵੇ, ਉਪਮਾ ਤੋਹਿ ਬਨ ਆਵੇ, ਤੇਰੀ ਉਪਮਾ ਤੋਹਿ ਬਨ ਆਵੇ। ਆਓ ਸਾਧ ਸੰਗਤ, ਦੂਸਰਾ ਇਹ ਦਿਹਾੜਾ ਜਿਸ ਕਰਕੇ ਇਸ ਨੂੰ ਵਿਸ਼ੇਸ਼ ਮੰਨਿਆ ਗਿਆ ਹੈ, ਉਸ ਪ੍ਰਕਰਣ ਦੀ ਬਾਬਤ ਆਪ ਸਾਰੇ ਭਲੀ ਪ੍ਰਕਾਰ ਜਾਣਦੇ ਹੋ ਕਿ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਬਹੁਤ ਵੱਡੇ ਇੱਕ ਮਹਾਨ ਕਾਰਨਾਮੇ ਨੂੰ ਅੰਜਾਮ ਦਿੱਤਾ। ਉਹ ਸਾਧ ਸੰਗਤ ਵੈਸੇ ਵੀ ਸਿਆਣੇ ਪੁਰਸ਼ਾਂ ਦਾ ਕਥਨ ਹੈ ਕਿ ਹਰ ਕਾਰਨ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ, ਹਰ ਕਾਰਜ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਕਾਰਨ ਹੋਇਆ ਕਰਦਾ ਹੈ। ਨੇ ਇਸ ਦਿਹਾੜੇ ਨੂੰ ਸਮੁੱਚੇ ਹੀ ਸਿੱਖ ਜਗਤ ਨੇ ਸੰਸਾਰ ਦੇ ਕੋਨੇ-ਕੋਨੇ ਵਿੱਚ ਮਨਾਉਣਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਕਿਸੇ ਪਰਾਏ ਧਰਮ ਦੀ ਰੱਖਿਆ ਵਾਸਤੇ ऐसी लामिसाल, ऐसी लासानी कुर्बानी दी, अपने धर्म की रखिया लई हर कोई लड़ मरन वास्ते तैयार हो जाता है। अपना धर्म हर किसी नूं प्यारा हुंदा है। अपने सोए धर्म वास्ते किन्ने ने अपना आपा वारिया, अपने प्राणों की आहुति दी। उस सार संगत ये गिणती बहुत वड्डी हो सकती है, पर किसी पराए धर्म की रखिया वास्ते अपना आपा कुर्बान कर देना, अपने प्राणों की आहुति दे देनी, ये कारनामा सिर्फ साहिब गुरु तेग बहादुर जी महाराज ही अंजाम दे सके।
ਜਿਹੜਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦਾ ਮਹਾਨ ਸਾਕਾ ਹੈ, ਜਿਸ ਨੂੰ ਆਪਾਂ ਵਿਸਥਾਰ ਦੇ ਵਿੱਚ ਬਿਆਨ ਕਰਨਾ ਹੋਵੇ, ਭਾਵੇਂ ਆਪਾਂ ਮਹੀਨਿਆਂ ਬੱਧੀ ਵਿਚਾਰਾਂ ਕਰਦੇ ਰਹੀਏ, ਪਰ ਜੇ ਥੋੜ੍ਹੇ ਤੋਂ ਜਾਂ ਘੱਟ ਤੋਂ ਘੱਟ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਬਿਆਨ ਕਰਨਾ ਹੋਵੇ ਵੀ ਉਹਨਾਂ ਨੇ ਕੈਸੀ ਕੁਰਬਾਨੀ ਕੀਤੀ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸਿਰਫ ਇੱਕ ਦੋਹਰੇ ਦੇ ਵਿੱਚ ਹੀ, 2 ਪੰਕਤੀਆਂ ਦੇ ਵਿੱਚ ਹੀ ਉਹ ਸਾਰੇ ਘਟਨਾਕ੍ਰਮ ਦਾ ਜ਼ਿਕਰ ਕਰ ਦਿੱਤਾ ਹੈ। ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ। ਆਪਣਾ ਸਰੀਰ ਰੂਪੀ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਭੰਨ ਕੇ ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਉਹਨਾਂ ਜੈਸੀ ਕਿਰਿਆ, ਉਹਨਾਂ ਜੈਸਾ ਕਾਰਨਾਮਾ, ਉਹਨਾਂ ਜੈਸੀ ਕੁਰਬਾਨੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਰੀ ਨਾ ਕਿਨਹੂ ਆਨ, ਹੋਰ ਕਿਸੇ ਨੇ ਨਹੀਂ ਕੀਤੀ। ਭਾਵ ਜਿਹੜੀ ਕੁਰਬਾਨੀ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗਏ, ਉਹ ਕੁਰਬਾਨੀ ਸਿਰਫ ਉਹ ਹੀ ਦੇ ਸਕਦੇ ਸਨ, ਜਾਂ ਫਿਰ ਆਪਣੇ ਪੈਰੋਕਾਰਾਂ ਨੂੰ ਸਬਕ ਸਿਖਾ ਗਏ। ਜਿਨ੍ਹਾਂ ਨੇ ਸਮਾਂ ਪੈਣ 'ਤੇ ਜਦੋਂ ਕੋਈ ਐਸਾ ਸਬਬ, ਕੋਈ ਐਸਾ ਕਾਰਨ ਬਣਿਆ, ਕਿਸੇ ਜ਼ਾਲਮ ਨੇ ਅੱਤ ਚੁੱਕ ਲਈ, ਖਾਲਸੇ ਨੇ ਪਰਾਏ ਧਰਮ ਦੀਆਂ ਲੜਕੀਆਂ ਵੀ ਉਹਨਾਂ ਦੇ ਪਾਸੋਂ ਆਜ਼ਾਦ ਕਰਵਾਈਆਂ, ਆਪਣੀਆਂ ਜਾਨਾਂ ਤਲੀ ਉੱਪਰ ਰੱਖ ਕੇ ਉਹਨਾਂ ਦੀ ਆਬਰੂ, ਉਹਨਾਂ ਦੀ ਇੱਜ਼ਤ, ਉਹਨਾਂ ਦੇ ਪ੍ਰਾਣਾਂ ਦੀ ਰੱਖਿਆ ਕੀਤੀ। ਐਸੀ ਪ੍ਰੇਰਨਾ ਜਾਂ ਐਸੇ ਲੈਸਨਸ, ਐਸੇ ਸਬਕ ਖਾਲਸੇ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਸੋਂ ਹੀ ਸਿੱਖੇ ਸਨ। ਬੜੀਆਂ ਐਸੀਆਂ ਉਦਾਹਰਨਾਂ, ਬੜੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ, ਇਤਿਹਾਸ ਦੇ ਪੰਨੇ ਭਰੇ ਪਏ ਹਨ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸਰੇ ਬਾਜ਼ਾਰ ਸ਼ਹੀਦ ਕੀਤਾ ਗਿਆ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨ ਦਿਆ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੇ ਸਤਿਗੁਰੂ ਜੀ ਨੇ ਸੀ ਤੱਕ ਨਾ ਉਚਾਰਨ ਕੀਤੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਜਿਨ੍ਹਾਂ ਸਿੱਖਾਂ ਦੀ ਪਹਿਲਾਂ ਹੀ ਉਚੇਚੇ ਤੌਰ 'ਤੇ ਸਤਿਗੁਰੂ ਜੀ ਨੇ ਸੇਵਾ ਲਾਈ ਸੀ, ਉਹ ਪਹਿਲਾਂ ਹੀ ਤਿਆਰ ਖੜ੍ਹੇ ਸਨ। ਜਦੋਂ ਜੱਲਾਦ ਨੇ ਆਪਣੀ ਫੌਲਾਦੀ ਤਲਵਾਰ ਦਾ ਵਾਰ ਕੀਤਾ, ਸਤਿਗੁਰੂ ਜੀ ਦਾ ਸੀਸ ਉਸ ਤੋਂ ਪਹਿਲਾਂ ਹੀ ਭਾਈ ਜੈਤੇ ਦੀ ਝੋਲੀ ਵਿੱਚ ਜਾ ਡਿੱਗਿਆ। ਐਸੀ ਹਨੇਰੀ, ਐਸਾ ਤੂਫਾਨ ਆਇਆ, ਮਾਨੋ ਦਿਨ ਦੇ ਸਮੇਂ ਹੀ ਰਾਤ ਪੈ ਗਈ। ਜਿਤਨੇ ਵੀ ਉੱਥੇ ਸਿਪਾਹੀ ਤਾਇਨਾਤ ਸਨ, ਉਹ ਆਪਣੀ ਹਿਫਾਜ਼ਤ ਵਾਸਤੇ ਇੱਧਰ ਉੱਧਰ ਹੋ ਗਏ। ਐਸੀ ਅਫੜਾ ਤਫੜੀ ਫੈਲੀ, ਉਸ ਦਾ ਫਾਇਦਾ ਉਠਾ ਕੇ ਭਾਈ ਜੈਤਾ ਜੀ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਚਾਂਦਨੀ ਚੌਂਕ ਤੋਂ ਚੱਲ ਪਏ।
ਬਹੁਤ ਥਾਵਾਂ 'ਤੇ ਪੜਾਅ ਕਰਕੇ ਲੰਮੀਆਂ ਮੰਜ਼ਲਾਂ ਕਰਦੇ ਕਰਦੇ ਜਦੋਂ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਫਿਰ ਬੜਾ ਲੰਮਾ ਇਤਿਹਾਸ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਿਆ, ਆਪ ਆਪਣੇ ਗੁਰੂ ਪਿਤਾ ਜੀ ਦਾ ਸੀਸ ਲੈਣ ਵਾਸਤੇ ਆਦਰ ਵਜੋਂ, ਸਤਿਕਾਰ ਵਜੋਂ ਮੁਖੀ ਸਿੱਖਾਂ ਦੇ ਸਮੇਤ ਚੱਲ ਕੇ ਆਏ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ। ਫਿਰ ਉੱਥੋਂ ਬੜੇ ਅਦਬ, ਬੜੇ ਸਤਿਕਾਰ ਦੇ ਨਾਲ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਅੱਜ ਕੱਲ੍ਹ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਗੰਜ ਮੌਜੂਦ ਹੈ, ਜਿੱਥੇ ਸਤਿਗੁਰੂ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ। 2 ਸੀਸ ਗੰਜ ਨੇ, ਇੱਕ ਸ੍ਰੀ ਅਨੰਦਪੁਰ ਸਾਹਿਬ ਔਰ ਦੂਸਰਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ। ਇੱਧਰ ਜਦੋਂ ਦੂਸਰੇ ਪਾਸੇ ਹੁਣ ਦਿੱਲੀ ਆ ਜਾਓ, ਜਦੋਂ ਆਪਣਾ ਤਪੜੀ ਫੈਲੀ, ਬਾਅਦ ਵਿੱਚ ਸਿਪਾਹੀਆਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਦਾ ਸੀਸ ਉੱਥੋਂ ਗਾਇਬ ਹੈ। ਹੋਰ ਸਾਵਧਾਨੀ ਵਧਾ ਦਿੱਤੀ। ਉਹਨਾਂ ਨੇ ਆਪਣੀ ਵੱਲੋਂ ਬੜਾ ਯਤਨ ਕੀਤਾ, ਬੜੀ ਕੋਸ਼ਿਸ਼ ਕੀਤੀ ਕਿ ਜਿਹੜੇ ਗੁਰੂ ਜੀ ਦਾ ਸੀਸ ਲੈ ਕੇ ਇੱਥੋਂ ਗਏ ਨੇ ਉਹਨਾਂ ਨੂੰ ਪਕੜਿਆ ਜਾਵੇ। ਪਰ ਭਾਈ ਜੈਤੇ ਨੇ ਤੇ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਸੀ। ਖੈਰ ਹੁਣ ਧੜ ਪਿਆ ਸਤਿਗੁਰੂ ਜੀ ਦਾ ਚਾਂਦਨੀ ਚੌਂਕ ਦੇ ਵਿੱਚ ਹਕੂਮਤ ਵੱਲੋਂ ਢੰਡੋਰਾ ਫੇਰਿਆ ਗਿਆ ਵੀ ਕੋਈ ਗੁਰੂ ਕਾ ਸਿੱਖ ਹੋਵੇ ਉਹ ਸਤਿਗੁਰੂ ਜੀ ਦੇ ਸਰੀਰ ਦਾ ਦਾਹ ਸੰਸਕਾਰ ਆਪਣੇ ਧਰਮ ਦੀ ਰਹੁ ਰੀਤ ਅਨੁਸਾਰ ਕਰ ਸਕਦਾ ਹੈ। ਬਾਰ-ਬਾਰ ਢੰਡੋਰਾ ਫੇਰਿਆ ਜਾ ਰਿਹਾ ਹੈ। ਪਰ ਕੋਈ ਗੁਰੂ ਕਾ ਸਿੱਖ ਅੱਗੇ ਨਹੀਂ ਆਇਆ। ਕਿਸੇ ਨੇ ਆਪਣੇ ਆਪ ਨੂੰ ਹਕੂਮਤ ਅੱਗੇ ਪੇਸ਼ ਨਹੀਂ ਕੀਤਾ ਕਿ ਮੈਂ ਗੁਰੂ ਕਾ ਸਿੱਖ ਹਾਂ। ਸਤਿਗੁਰੂ ਜੀ ਦੇ ਧੜ ਦਾ, ਉਹਨਾਂ ਦੇ ਸਰੀਰ ਦਾ ਗੁਰੂ ਘਰ ਦੀ ਰਹੁ ਰੀਤ ਅਨੁਸਾਰ ਅੰਤਮ ਸੰਸਕਾਰ ਕਰਨਾ ਚਾਹੁੰਦਾ ਹਾਂ, ਕਿਉਂਕਿ ਦਹਿਸ਼ਤ ਹੀ ਇੰਨੀ ਸੀ ਉਸ ਵਕਤ ਬਾਦਸ਼ਾਹ ਔਰੰਗਜ਼ੇਬ ਦੀ ਵੀ, ਜਿਸ ਨੇ ਆਪਣੇ ਪਿਤਾ ਦੇ ਨਾਲ ਧਰੋਹ ਕੀਤਾ, ਜਿਸ ਨੇ ਆਪਣੇ ਭਰਾਵਾਂ ਦਾ ਲਿਹਾਜ਼ ਨਹੀਂ ਕੀਤਾ, ਦਾਰਾ ਸ਼ਕੋਹ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ, ਜਿਸ ਨੇ ਬਹੁਤ ਸਾਰੇ ਹਿੰਦੂ ਭਗਤਾਂ ਨੂੰ, ਬਹੁਤ ਸਾਰੇ ਸੁਲਹ ਕੁਲ ਖਿਆਲਾਂ ਦੇ ਮੁਸਲਮਾਨ ਫਕੀਰਾਂ ਨੂੰ ਵੀ ਕਤਲ ਕਰਵਾ ਦਿੱਤਾ। ਉਹ ਪਰ ਸਾਡਾ ਮਿੱਤ ਕਿਵੇਂ ਹੋ ਸਕਦਾ ਹੈ? ਸਾਡੇ ਗੁਰੂਦੇਵ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕਰਵਾ ਦਿੱਤਾ ਹੈ। ਜੋ ਸਿੱਖਾਂ ਦੀ ਕੀ ਪਰਵਾਹ ਕਰੇਗਾ? ਕਿਤੇ ਐਸਾ ਨਾ ਹੋਵੇ ਉਹ ਇਸ ਗੱਲ ਦੀ ਪੜਤਾਲ ਕਰਨਾ ਚਾਹੁੰਦਾ ਹੋਵੇ ਵੀ ਕੌਣ ਹੈ ਇਸ ਵੇਲੇ ਗੁਰੂ ਕਾ ਸਿੱਖ ਦਿੱਲੀ ਵਿੱਚ ਰਹਿਣ ਵਾਲਾ। ਇੱਕ ਇੱਕ ਕਰਕੇ ਉਹਨਾਂ ਦੀ ਗਿਣਤੀ ਕੀਤੀ ਜਾਵੇ, ਜਿਹੜੇ ਅੱਗੇ ਆਉਣ ਕਿ ਅਸੀਂ ਗੁਰੂ ਕੇ ਸਿੱਖ ਹਾਂ। ਉਹ ਸਾਰ ਸੰਗਤ ਇਸ ਤਰ੍ਹਾਂ ਦੀ ਸਾਰਿਆਂ ਦੇ ਮਨ ਵਿੱਚ ਦਹਿਸ਼ਤ ਹੈ, ਜਿਸ ਕਰਕੇ ਕੋਈ ਵੀ ਅੱਗੇ ਨਾ ਆਇਆ। ਪਰ ਸਾਧ ਸੰਗਤ ਮਰਜੀ ਜੀਵੜਿਆਂ ਦੀ ਵੀ ਘਾਟ ਨਹੀਂ ਹੋਇਆ ਕਰਦੀ। ਇਹ ਵੀ ਬੜਾ ਲੰਮਾ ਇਤਿਹਾਸ ਹੈ। ਫਿਰ ਲੱਖੀ ਸ਼ਾਹ ਬਣ ਜਾ ਰਹੇ ਨੇ। ਸਤਿਗੁਰੂ ਜੀ ਦਾ ਪਵਿੱਤਰ ਸਰੀਰ ਚਾਂਦਨੀ ਚੌਂਕ ਵਿੱਚੋਂ ਚੁੱਕਿਆ, ਆਪਣੇ ਘਰ ਆਪਣੀ ਬਸਤੀ ਵਿੱਚ ਲਿਜਾ ਕੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ, ਉੱਥੇ ਉਸ ਮਰਜੀਵੜੇ ਸਿੱਖ ਨੇ ਚੰਦਨ ਦੀ ਚਿਖਾ ਬਣਾ ਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ।
ਫਿਰ ਬਾਅਦ ਵਿੱਚ ਜਦੋਂ ਸਤਿਗੁਰੂ ਜੀ ਦੀ ਦਸਤਾਰਬੰਦੀ ਵੇਲੇ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਦੀ ਬਹੁਤ ਭਾਰੀ ਇਕੱਤਰਤਾ ਹੋਈ। ਦਿੱਲੀ ਤੋਂ ਵੀ ਸੰਗਤਾਂ ਚੱਲ ਕੇ ਆਈਆਂ। ਗੁਰੂ ਕਲਗੀਧਰ ਪਾਤਸ਼ਾਹ ਨੇ ਸੰਗਤਾਂ ਨੂੰ ਮੁਖਾਤਬ ਹੋ ਕੇ ਇਹ ਪ੍ਰਸ਼ਨ ਕੀਤਾ, ਕਿਉਂਕਿ ਸਤਿਗੁਰੂ ਜੀ ਦੇ ਪਾਸ ਵੀ ਇਹ ਖਬਰ ਪਹੁੰਚ ਗਈ ਸੀ। ਇਹ ਹਕੂਮਤ ਨੇ ਢਿੰਡੋਰਾ 'ਤੇ ਫੇਰਿਆ ਵੀ ਕੋਈ ਗੁਰੂ ਕਾ ਸਿੱਖ ਹੋਵੇ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰ ਸਕਦਾ ਹੈ, ਪਰ ਕੋਈ ਸਿੱਖ ਅੱਗੇ ਨਹੀਂ ਆਇਆ। ਸਾਰਾ ਦਿਨ ਸਾਡੇ ਗੁਰੂ ਪਿਤਾ ਜੀ ਦਾ ਧੜ ਚਾਂਦਨੀ ਚੌਂਕ ਵਿੱਚ ਪਿਆ ਰਿਹਾ। ਫਿਰ ਕਿਤੇ ਜਾ ਕੇ ਤੀਸਰੇ ਪਹਿਰ ਸ਼ਾਮ ਦੇ ਵਕਤ ਲੱਖੀ ਸ਼ਾਹ ਬਣ ਜਾ ਰਹੇ ਨੇ। ਸਤਿਗੁਰੂ ਜੀ ਦੇ ਉਹ ਪਵਿੱਤਰ ਪਾਰਥਕ ਸਰੀਰ ਨੂੰ ਚੁੱਕ ਕੇ ਆਪਣੀ ਬਸਤੀ ਵਿੱਚ ਲਿਜਾ ਕੇ ਗੁਰੂ ਘਰ ਦੀ ਰਹੁ ਰੀਤ ਅਨੁਸਾਰ ਅੰਤਮ ਸੰਸਕਾਰ ਕੀਤਾ। ਉਹਨਾਂ ਸਿੱਖਾਂ ਨੂੰ ਮੁਖਾਤਬ ਹੋ ਕੇ ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ ਕਿ ਗੁਰਸਿੱਖੋ ਦੱਸੋ, ਤੁਸੀਂ ਢਿੰਡੋਰਾ ਸੁਣਿਆ ਨਹੀਂ? ਬੇਨਤੀ ਕੀਤੀ, ਮਹਾਰਾਜ ਢਿੰਡੋਰਾ ਤੇ ਬਾਰ-ਬਾਰ ਫੇਰਿਆ ਜਾ ਰਿਹਾ ਸੀ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਤੁਸੀਂ ਅੱਗੇ ਕਿਉਂ ਨਹੀਂ ਗਏ? ਆਪਣੇ ਆਪ ਨੂੰ ਜਾ ਕੇ ਪੇਸ਼ ਕਿਉਂ ਨਹੀਂ ਕੀਤਾ? ਸਿੱਖਾਂ ਨੇ ਫਿਰ ਬੇਨਤੀ ਕੀਤੀ। ਗਰੀਬ ਨਵਾਜ਼ ਸਭਨਾਂ ਦੇ ਮਨ ਵਿੱਚ ਇਸ ਗੱਲ ਦੀ ਦਹਿਸ਼ਤ ਸੀ ਵੀ ਇਸ ਬਹਾਨੇ ਬਾਦਸ਼ਾਹ ਔਰੰਗਜ਼ੇਬ ਕਿਤੇ ਸਿੱਖਾਂ ਦੀ ਪਹਿਚਾਣ ਨਾ ਕਰ ਰਿਹਾ ਹੋਵੇ, ਵੀ ਜਿਹੜਾ ਵੀ ਆਪਣੇ ਆਪ ਨੂੰ ਪੇਸ਼ ਕਰੇ ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਜੀ ਦੇ ਪਵਿੱਤਰ ਸਰੀਰ ਦਾ ਆਪਣੇ ਧਰਮ ਦੀ ਰਾਹ ਰੀਤ ਅਨੁਸਾਰ ਅੰਤਮ ਸੰਸਕਾਰ ਕਰਨਾ ਚਾਹੁੰਦਾ ਹਾਂ, ਉਸੇ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਸਤਿਗੁਰੂ ਜੀ ਕਹਿਣਗੇ, ਫਿਰ ਤੁਹਾਨੂੰ ਕਿਸੇ ਨੇ ਤਾਨਾ ਨਹੀਂ ਮਾਰਿਆ? ਤੁਹਾਡੀ ਗੈਰਤ ਨੂੰ ਕਿਸੇ ਨੇ ਹਿਲਾਉਣਾ ਨਹੀਂ ਦਿੱਤਾ ਵੀ ਤੁਹਾਡੇ ਗੁਰੂਦੇਵ ਦਾ ਪਵਿੱਤਰ ਧੜ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਪਿਆ ਹੈ, ਬਾਰ-ਬਾਰ ਢਿੰਡੋਰਾ ਫੇਰਿਆ ਜਾ ਰਿਹਾ ਹੈ, ਤੁਸੀਂ ਕਿਉਂ ਨਹੀਂ ਆਪਣੇ ਗੁਰੂਦੇਵ ਦਾ ਪਵਿੱਤਰ ਸਰੀਰ ਉੱਥੋਂ ਅਦਬ ਸਤਿਕਾਰ ਨਾਲ ਲਿਜਾ ਕੇ ਆਪਣੇ ਧਰਮ ਦੀ ਰਾਹ ਰੀਤ ਅਨੁਸਾਰ ਅੰਤਮ ਸੰਸਕਾਰ ਕਰ ਦਿੰਦੇ? ਕਿਸੇ ਨੇ ਤੁਹਾਡੀ ਅਣਖ ਨੂੰ ਨਹੀਂ ਟੁੰਬਿਆ। ਉਹ ਸਾਰ ਸੰਗਤ ਇੱਕਦਮ ਸਨਾਟਾ ਛਾ ਗਿਆ, ਚੁੱਪ ਵਰਤ ਗਈ। ਸਭਨਾਂ ਦੀਆਂ ਧੌਣਾਂ ਝੁਕ ਗਈਆਂ, ਨਜ਼ਰਾਂ ਜ਼ਮੀਨ 'ਤੇ ਗੱਡੀਆਂ ਗਈਆਂ। ਫਿਰ ਕਿਸੇ ਇੱਕ ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕੌਣ, ਕਿਹਨੂੰ ਤਾਨਾ ਮਾਰਦਾ, ਕਿਹੜਾ ਕਿਸੇ ਦੀ ਕੋਈ ਪਹਿਚਾਣ ਸੀ ਵੀ ਇਹ ਗੁਰੂ ਕਾ ਸਿੱਖ ਹੈ? ਕਿਹੜਾ ਕਿਸੇ ਦੇ ਮੂੰਹ 'ਤੇ ਲਿਖਿਆ ਸੀ ਵੀ ਕੋਈ ਕਿਸੇ ਨੂੰ ਵੰਗਾਰਦਾ ਵੀ ਤੂੰ ਗੁਰੂ ਕਾ ਸਿੱਖ ਹੈ, ਜਾਂ ਆਪਣੇ ਗੁਰੂਦੇਵ ਦਾ ਧੜ ਚੁੱਕ ਕੇ ਲਿਆ? ਉਹ ਸਾਰ ਸੰਗਤ ਉਸ ਸਿੱਖ ਨੇ ਜਦੋਂ ਇਹ ਗੱਲ ਕਹੀ, ਸਤਿਗੁਰੂ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ, ਨੇਤਰਾਂ 'ਚ ਜਲਾਲ ਆ ਗਿਆ। ਸਤਿਗੁਰੂ ਜੀ ਕਹਿਣਗੇ, ਅੱਛਾ ਵੀ ਸਿੱਖ ਦੇ ਮੂੰਹ 'ਤੇ ਨਹੀਂ ਲਿਖਿਆ? ਫਿਰ ਵਕਤ ਆਵੇਗਾ ਮੈਂ ਐਸਾ ਪੰਥ ਸਾਜਾਂਗਾ, ਉਹ ਐਸਾ ਸਿੱਖ ਸਾਜਾਂਗਾ ਜਿਸ ਦੇ ਮੂੰਹ 'ਤੇ ਲਿਖਿਆ ਹੋਵੇਗਾ ਵੀ ਇਹ ਗੁਰੂ ਕਾ ਸਿੱਖ ਹੈ, ਜਿਸ ਦੀ ਲੱਖਾਂ ਵਿੱਚੋਂ ਪਹਿਚਾਣ ਹੋਇਆ ਕਰੇਗੀ। ਜਿਹੜਾ ਲੱਖਾਂ ਵਿੱਚ ਵੀ ਨਹੀਂ ਛੁਪਿਆ ਕਰੇਗਾ, ਜਿਸ ਦਾ ਚਿਹਰਾ ਮੋਹਰਾ, ਜਿਸ ਦੀ ਰਹੁ ਰੀਤ, ਜਿਸ ਦਾ ਲਿਬਾਸ, ਜਿਸ ਦੀ ਵੱਖਰੀ ਦਿੱਖ ਤੋਂ ਹੀ ਕਿਸੇ ਨੂੰ ਅੰਦਾਜ਼ਾ ਲਾਉਣ ਦੇ ਵਿੱਚ ਕੋਈ ਰੰਚਕ ਮਾਤਰ ਵੀ ਦੇਰ ਨਹੀਂ ਲੱਗੇਗੀ ਕਿ ਇਹ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਇਹ ਗੁਰੂ ਕਾ ਸਿੰਘ ਹੈ, ਗੁਰੂ ਕਾ ਖਾਲਸਾ ਹੈ। ਫਿਰ ਵਕਤ ਆਵੇਗਾ ਮੈਂ ਐਸਾ ਖਾਲਸਾ, ਐਸਾ ਸਿੰਘ ਸਾਜਾਂਗਾ ਜਿਸ ਦੀ ਆਪਣੀ ਵੱਖਰੀ ਹੀ ਪਹਿਚਾਣ ਹੋਵੇਗੀ। ਸਾਧ ਸੰਗਤ, ਇਹ ਸਤਿਗੁਰੂ ਜੀ ਦੀ ਪ੍ਰਤਿਗਿਆ ਸੀ
ਅੱਜ ਦੇ ਦਿਨ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਪਣੀ ਉਹ ਪ੍ਰਤਿੱਗਿਆ ਪੂਰੀ ਕੀਤੀ। ਜਦੋਂ ਭਰੇ ਦੀਵਾਨ ਦੇ ਵਿੱਚ ਆ ਕੇ, ਇਹ ਬਹੁਤ ਲੰਮਾ ਪ੍ਰਕਰਨ ਹੈ, ਕਈ ਵਾਰ ਆਪ ਨੇ ਸਰਵਣ ਕੀਤਾ ਹੋਵੇਗਾ, ਆਪਾਂ ਵਿਸਥਾਰ ਨਾ ਕਰੀਏ। ਆਪ ਨੇ ਭਰੇ ਦੀਵਾਨ ਵਿੱਚ ਆ ਕੇ ਪੰਜਾਂ ਸਿੱਖਾਂ ਦੇ ਸੀਸ ਲਏ। ਫਿਰ ਸਮਰੱਥ ਗੁਰੂ ਨੇ ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ, ਮਾਰ ਜੀਵਾਲੈ ਨੀ ਸਤਿਗੁਰ ਮੇਰਾ ਗੋਬਿੰਦ ਮੇਰਾ, ਮਾਰ ਜੀਵਾਲੈ ਨੀ ਸਤਿਗੁਰ ਮੇਰਾ ਗੋਬਿੰਦ ਮੇਰਾ। ਮਾਰ ਜੀਵਾਲੈ ਨੀ ਸਤਿਗੁਰ ਮੇਰਾ ਗੋਬਿੰਦ ਮੇਰਾ, ਮਾਰ ਜੀਵਾਲੈ ਨੀ ਸਤਿਗੁਰ ਮੇਰਾ ਗੋਬਿੰਦ ਮੇਰਾ। ਗੋਬਿੰਦ ਮੇਰਾ ਗੋਬਿੰਦ ਮੇਰਾ, ਗੋਬਿੰਦ ਮੇਰਾ ਗੋਬਿੰਦ ਮੇਰਾ, ਗੋਬਿੰਦ ਮੇਰਾ ਗੋਬਿੰਦ ਮੇਰਾ, ਗੋਬਿੰਦ ਮੇਰਾ ਗੋਬਿੰਦ ਮੇਰਾ। ਮਾਰ ਜੀਵਾਲੈ ਨੀ ਸਤਿਗੁਰ ਮੇਰਾ ਗੋਬਿੰਦ ਮੇਰਾ, ਮਾਰ ਜੀਵਾਲੈ ਨੀ ਸਤਿਗੁਰ ਮੇਰਾ ਗੋਬਿੰਦ ਮੇਰਾ। ਸਮਰੱਥ ਗੁਰੂ ਨੇ ਮ੍ਰਿਤਕ ਕਉ ਪਾਇਓ ਤਨ ਸਾਸਾ, ਵਿਛਰਤ ਆਨ ਮਿਲਾਇਆ। ਫਿਰ ਉਹਨਾਂ ਨੂੰ ਸੁਰਜੀਤ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਦਰਿਆ ਸਤਲੁਜ ਤੋਂ ਜਲ ਮੰਗਾ ਕੇ। ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਆਪਣੇ ਪੈਰੋਕਾਰਾਂ ਨੂੰ ਦੱਸਣ ਵਾਸਤੇ, ਕਿਉਂਕਿ ਨਵੀਂ ਅੱਗੇ ਰਾਹ ਰੀਤ ਚੱਲਣੀ ਹੈ, ਪਹਿਲਾਂ ਹੇਠਾਂ ਕੰਬਲ ਵਿਛਾਇਆ, ਕਿਉਂਕਿ ਜਿਹੜਾ ਉਹਨਾਂ ਦਾ ਵਸਤਰ ਹੈ ਨਾ ਉਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਜਿਹੜੇ ਲੋਕ ਕਹਿੰਦੇ ਨੇ ਨਾ ਵੀ ਇਹ ਤਾਂ ਪਤਾਸਿਆਂ ਦਾ ਪਾਣੀ ਹੈ, ਇਸ ਨੂੰ ਅੰਮ੍ਰਿਤ ਕਿਵੇਂ ਕਿਹਾ ਜਾ ਸਕਦਾ ਹੈ, ਉਹ ਸਾਧ ਸੰਗਤ ਇਹ ਵਿਚਾਰ ਕਰਨ ਦੀ ਜ਼ਰੂਰਤ ਹੈ ਕਿਹੜਾ ਪਾਣੀ ਹੈ। ਉਹ ਪਾਣੀ ਜਿਸ ਪਾਣੀ ਦੇ ਪਾਸ ਬੈਠ ਕੇ ਗੁਰੂ ਕੀ ਪਵਿੱਤਰ ਬਾਣੀ ਪੜ੍ਹੀ ਜਾਂਦੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ। ਅੱਜ ਸੰਸਾਰ 'ਤੇ ਲੋਕ ਤੀਰਥਾਂ ਦਾ ਇਸ਼ਨਾਨ ਕਰਦੇ ਨੇ, ਹਰਿਦੁਆਰ ਕੁੰਭ ਦਾ ਮੇਲਾ ਭਰਿਆ, ਉੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਹੁਣ ਕਰੋੜਾਂ ਲੋਕਾਂ ਨੇ ਜਾ ਕੇ, ਇਹ ਕੁੰਭ ਦਾ ਮੇਲਾ ਸ਼ੁਰੂ ਹੋਏ ਨੂੰ ਕਿਤਨਾ ਵਕਤ ਹੋ ਗਿਆ ਹੈ, ਅਜੇ ਮੇਰੀ ਜਾਣਕਾਰੀ ਵਿੱਚ ਨਹੀਂ, ਅਜੇ ਹੋਰ ਕਿੰਨੇ ਕੁ ਦਿਨ ਦਾ ਮੇਲਾ ਬਾਕੀ ਹੈ। ਕਰੋੜਾਂ ਦੀ ਗਿਣਤੀ ਦੇ ਵਿੱਚ ਅਜੇ ਹੋਰ ਲੋਕਾਂ ਨੇ ਉੱਥੇ ਜਾ ਕੇ ਇਸ਼ਨਾਨ ਕਰਨਾ ਹੈ। ਲੋਕ ਕਿਉਂ ਜਾਂਦੇ ਨੇ ਉਹਨਾਂ ਤੀਰਥਾਂ 'ਤੇ? ਉਹਨਾਂ ਤੀਰਥਾਂ ਦੀ ਵਡਿਆਈ ਸੰਸਾਰ 'ਤੇ ਕਿਵੇਂ ਵਿਦਿਤ ਹੋਈ? ਉਹ ਤੀਰਥ ਤਾਂ ਬਣੇ, ਉੱਥੇ ਪਰਮੇਸ਼ਰ ਦੇ ਪਿਆਰਿਆਂ ਨੇ ਬੈਠ ਕੇ ਪਰਮਾਤਮਾ ਦੀ ਸਿਫਤ ਕੀਤੀ, ਨਾਮ ਜਪਿਆ। ਨਾਮ ਤੇ ਕਦੋਂ ਜਪਿਆ?
ਪਰ ਉਹਨਾਂ ਤੀਰਥਾਂ ਨੂੰ ਪਵਿੱਤਰ ਮੰਨਿਆ ਗਿਆ। ਜਿਹੜਾ ਪਾਣੀ ਉੱਥੇ ਉਸ ਵੇਲੇ ਮੌਜੂਦ ਸੀ, ਉਹ 'ਤੇ ਜਾ ਕੇ ਆਪਣਾ ਰਸਤਾ ਤੈਅ ਕਰਦਾ ਕਰਦਾ ਸਮੁੰਦਰ ਵਿੱਚ ਸਮਾ ਗਿਆ। ਪਰ ਸਾਧ ਸੰਗਤ ਅੱਜ ਵੀ ਉਸ ਧਰਤੀ 'ਤੇ ਲੋਕੀ ਜਾਂਦੇ ਨੇ ਜਿਹੜੇ ਸਨਾਤਨ ਮਤ ਦੇ ਧਾਰਨੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਇਹ ਪਾਣੀ ਪਵਿੱਤਰ ਹੈ। ਆਪਾਂ ਰੋਜ਼ਾਨਾ ਸਵੇਰ ਸ਼ਾਮ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਦੇ ਪਾਸੋਂ ਦਾਨ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਇਹ ਸਾਰੇ ਦਾਨ ਮੰਗ ਕੇ ਫਿਰ ਸਤਿਗੁਰੂ ਜੀ ਦੇ ਪਾਸੋਂ ਇੱਕ ਦਾਨ ਹੋਰ ਵੀ ਮੰਗਦੇ ਹਾਂ। ਉਹ ਕਿਹੜਾ? ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ, ਉੱਥੋਂ ਦੇ ਇਸ਼ਨਾਨ ਦਾ ਦਾਨ ਮੰਗਦੇ ਹਾਂ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤਾ ਕਊਆ ਹੰਸ ਹੋਏ। ਜਾਂਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਵਾਸਤੇ, ਉੱਥੇ ਇਸ਼ਨਾਨ ਕਰਦੇ ਹਾਂ। ਜੇ ਇਸ਼ਨਾਨ ਦਾ ਸਬੱਬ ਨਾ ਬਣੇ, 5 ਇਸ਼ਨਾਨਾਂ ਕਰਦੇ ਹਾਂ। ਉਸ ਪਵਿੱਤਰ ਜਲ ਦਾ ਚੂੜਾ ਲੈਂਦੇ ਹਾਂ, ਉਸ ਨੂੰ ਆਪਣੇ ਮਸਤਕ ਦੇ ਵਿੱਚ ਪਾਉਂਦੇ ਹਾਂ, ਨੇਤਰਾਂ 'ਚ ਛੱਟੇ ਮਾਰਦੇ ਹਾਂ। ਭਲਾ ਉਹ ਵੀ ਤਾਂ ਪਾਣੀ ਹੀ ਹੈ ਆਪਣੇ ਵਾਸਤੇ। ਉਸ ਜਲ ਦੀ ਵਡਿਆਈ ਕੀ ਹੈ? ਕਿਉਂਕਿ ਉੱਥੇ ਰੋਜ਼ਾਨਾ ਗੁਰੂ ਕੀ ਪਵਿੱਤਰ ਬਾਣੀ ਦਾ ਜਾਪ ਹੁੰਦਾ ਹੈ, ਅਖੰਡ ਕੀਰਤਨ ਹੁੰਦਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੁੰਦੀ ਹੈ। ਜਿਸ ਜਲ ਦੇ ਕਿਨਾਰੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਨਿਤ ਗਾਇਨ ਹੁੰਦਾ ਹੈ, ਉਸ ਜਲ ਵਿੱਚ ਇਸ਼ਨਾਨ ਕਰਨਾ, ਉਸ ਜਲ ਨੂੰ ਛਕਣਾ ਸ਼ਰਧਾ ਪ੍ਰੇਮ ਦੇ ਨਾਲ ਸਾਧ ਸੰਗਤ ਸਾਡੇ ਧਰਮ ਦਾ ਇੱਕ ਹਿੱਸਾ ਬਣ ਗਿਆ ਹੈ। ਉਸ ਸਰੋਵਰ ਨੂੰ ਅੰਮ੍ਰਿਤ ਦਾ ਕੁੰਡ ਕਰਕੇ ਆਪਾਂ ਜਾਣਦੇ ਹਾਂ, ਉਸ ਦਾ ਨਾਮ ਹੀ ਅੰਮ੍ਰਿਤਸਰ ਪੈ ਚੁੱਕਾ ਹੈ। ਉਹ ਸਾਧ ਸੰਗਤ ਸਤਿਗੁਰੂ ਜੀ ਨੇ ਉਹ ਸਤਲੁਜ ਦਰਿਆ ਦਾ ਜਲ ਪਾ ਕੇ ਬਾਟੇ ਦੇ ਵਿੱਚ ਬਾਣੀਆਂ ਦਾ ਜਾਪ ਸ਼ੁਰੂ ਕੀਤਾ। ਔਰ ਦੂਸਰਾ, ਸਤਿਗੁਰੂ ਜੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੈ। ਦੇਖੋ, ਗੁਰੂ ਕੀ ਪਵਿੱਤਰ ਦ੍ਰਿਸ਼ਟੀ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਹਦੇ ਉੱਪਰ ਆਪਣੀ ਮਿਹਰ ਭਰੀ ਦ੍ਰਿਸ਼ਟੀ ਪਾ ਦੇਵੇ, ਗੁਰੂ ਉਸ ਨੂੰ ਸੰਤ ਬਣਾ ਦਿੰਦਾ ਹੈ। ਭਾਵੇਂ ਰਾਖਸ਼ ਬਿਰਤੀ ਵਾਲਾ ਕੌਡਾ ਵੀ ਕਿਉਂ ਨਾ ਹੋਵੇ, ਉਹਦੇ ਉੱਪਰ ਗੁਰੂ ਕੀ ਦ੍ਰਿਸ਼ਟੀ ਪੈ ਜਾਵੇ, ਉਹ ਰਾਖਸ਼ ਤੋਂ ਦੇਵਤਾ ਬਣ ਜਾਂਦਾ ਹੈ। ਭਾਵੇਂ ਚੋਰ ਬਿਰਤੀ ਵਾਲਾ ਭੂਮੀਆ ਵੀ ਕਿਉਂ ਨਾ ਹੋਵੇ, ਉਹਦੇ ਉੱਪਰ ਗੁਰੂ ਕੀ ਦ੍ਰਿਸ਼ਟੀ ਪੈ ਜਾਵੇ, ਚੋਰ ਤੋਂ ਸਾਧ ਬਣ ਜਾਂਦਾ ਹੈ। ਭਾਵੇਂ ਠੱਗ ਬਿਰਤੀ ਵਾਲਾ ਸੱਜਣ ਵੀ ਕਿਉਂ ਨਾ ਹੋਵੇ, ਉਹਦੇ ਉੱਪਰ ਗੁਰੂ ਕੀ ਦ੍ਰਿਸ਼ਟੀ ਪੈ ਜਾਵੇ, ਉਹ ਠੱਗ ਤੋਂ ਸੱਚੀ ਮੁੱਚੀ ਦਾ ਸੱਜਣ ਹੋ ਨਿਬੜਦਾ ਹੈ। ਕੈਸੀ ਹੈ ਗੁਰੂ ਕੀ ਦ੍ਰਿਸ਼ਟੀ? ਹੁਣ ਭੱਟਾ ਨੇ ਕਥਨ ਕੀਤਾ ਹੈ ਕਿ ਪਹਿਲਾਂ ਤੇ ਗੁਰੂ ਕਾ ਪਵਿੱਤਰ ਨਾਮ, ਜਦੋਂ ਮੁਖ ਤੋਂ ਰਸਨਾ ਤੋਂ ਉਚਾਰਨ ਕੀਤਾ ਜਾਂਦਾ ਹੈ, ਫਿਰ ਰਸਨਾ ਪਵਿੱਤਰ ਹੁੰਦੀ ਹੈ। ਔਰ ਜਦੋਂ ਗੁਰੂ ਕੀ ਪਵਿੱਤਰ ਬਾਣੀ, ਗੁਰੂ ਕੀ ਸਿਫਤ ਸੁਣੀ ਜਾਂਦੀ ਹੈ, ਉਹ ਕੰਨ ਪਵਿੱਤਰ ਹੋ ਜਾਂਦੇ ਹਨ। ਔਰ ਜਦੋਂ ਗੁਰੂ ਕੀ ਦ੍ਰਿਸ਼ਟੀ ਜਿਸ ਜੀਵ ਦੇ ਉੱਪਰ ਵੀ ਪੈ ਜਾਵੇ ਨਾ, ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਪਰਿਵਰਤਨ ਆ ਜਾਂਦਾ ਹੈ। ਜਿੰਨਾ ਪਰਿਵਰਤਨ ਇੱਕ ਲੋਹੇ ਦੇ ਵਿੱਚ ਔਰ ਇੱਕ ਬੜੇ ਕੀਮਤੀ ਲਾਲ ਦੇ ਵਿੱਚ ਹੈ। ਲੋਹੇ ਹੋਇਓ ਲਾਲ ਨਦਰ ਸਤਿਗੁਰ ਜਰ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ।
हाँ ध्यान दिओ, गुरु की दृष्टि पई उस अमृत के उपर, उस जल के उपर दृष्टि पई, अमृत बन गया। अमृत दृष्टि पेखा होए संत, क्योंकि सतगुरु जी की दृष्टि दे विच अमृत है। ये जिहड़ा अमृत पंजां प्यारिਆਂ ਨੂੰ छकाया जाता है, पंज प्यारे सतगुरु जी की पवित्र हजूरी विच गुरु का रूप होया करते हैं। वो भी ओहो ही गुरु की पवित्र बाणी पढ़ते हैं। उन्हां दे विच सतगुरु जी वरत के उस जल के उपर दृष्टि पाउंदे हैं। फिर सार संगत वो महान पवित्र जल जिहड़ा सिख वास्ते अमृत है, जिसनों पी के उसकी मुर्दा रूह भी जाग उठती है, उसनों नवी जिंदगी प्राप्त होती है। जिहड़ा सिर्फ और सिर्फ गुरु के पासों ही प्राप्त होता है, किसी होर के पासों मिलता ही नहीं। सुर नर मुन जन अमृत खोजदे, वो अमृत जिसनों सुर नाम देवतियां दा है, नर नाम मनुखां दा है। मुनि जिहड़े तपस्वी ने, जंगलों के विच साधना करने वाले, जन परमात्मा के अकाल पुरख वाहिगुरु के सेवक सारी इस अमृत में लोचते हैं कि साडे आवागुण का चक्कर खत्म हो जाए। अमृत वो वस्तु है जिसनों पी के फिर मुड़ के मौत ना होवे, मौत के उपर फतेह प्राप्त हो जाए। वो सार संगत ये अमृत की ताकत है। अमृत पीवो सदा चिर जीवो, हर सिमरत आनंद अनंता, जिसनों हासिल करके सਦੀवी जिंदगी प्राप्त होती है। जिसनों हासिल करके फिर आवागुण का चक्कर ही खत्म हो जाता है, मुड़ के जन्म नहीं होंदा, जम्मण मरण का गेड़ मुक जाता है। ਜਦੋਂ जन्म ही नहीं, क्योंकि मौत तो ਉਹਦੀ ਹੋਵੇਗੀ जिसका जन्म होया। जिसने जन्म ही नहीं लिया, जिसने ये सिलसिला ही खत्म कर लिया। जन अमृत खोज दे, फिर वो अमृत गुरु की कृपा नाल प्राप्त होंदा है। सो अमृत गुर ते पाया, पाया अमृत गुर कृपा कीनी, सच्चा मन वसाया। अमृत गुर ते पाया, सो अमृत गुर ते पाया। अमृत गुर ते पाया, सो अमृत गुर ते पाया। वो अमृत गुर ते वो अमृत गुर ते पाया, अमृत गुर ते पाया। अमृत गुर ते पाया, सो अमृत गुर ते पाया। तुर नर मुन जाने अमृत खोज, तुर नर मुन जाने अमृत खोज दे। अमृत गुर ते पाया, सो अमृत गुर ते पाया। अमृत गुर ते पाया, सो अमृत गुर ते पाया। हाँ, सार संग सतगुरु जी ने वो अमृत तैयार किया, खंडे बाटे का अमृत तैयार करके फिर सतगुरु जी ने उन्होंने ही 5 प्यारिਆਂ ਨੂੰ छकाया, जिन्हां की परीक्षा वास्ते सतगुरु जी ने उन्होंने दे पासों सीस मंगे सन। और उन्होंने मरजीवड़िया ने सतगुरु जी की पाई परीक्षा विचों पूरे नंबर लैके पास होंदियां सतगुर आगै सीस भेट देओ, इस महावाक नूं सफला किया।
ਆਪਣੇ ਪੈਰੋਕਾਰਾਂ ਨੂੰ ਸਤਿਗੁਰੂ ਜੀ ਇਸ ਮਾਰਗ ਉੱਪਰ ਚੱਲਣ ਦੀ ਜਿਹੜੀ ਜਾਚ ਸਿਖਾ ਕੇ ਗਏ ਸਨ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਇਹ ਜਾਚ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਖਾਈ ਸੀ। ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਰੀ ਤਲੀ ਗਲੀ ਮੇਰੀ, ਆਓ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹੜੇ ਸਿੱਖਾਂ ਨੇ ਪਹਿਲਾਂ ਇਹ ਸਬਕ ਪੜ੍ਹੇ ਸਨ, ਉਸ ਪ੍ਰੀਖਿਆ ਦੇ ਸਮੇਂ ਉਸ ਪ੍ਰੀਖਿਆ ਦੇ ਵਿੱਚੋਂ ਪੂਰੇ ਨੰਬਰ ਲੈ ਕੇ ਪਾਸ ਹੋਏ। ਸਤਿਗੁਰੂ ਜੀ ਨੇ ਉਹਨਾਂ ਮਰ ਜੀਵੜਿਆਂ ਨੂੰ ਆਪਣੇ ਪਿਆਰੇ ਕਥਨ ਕੀਤਾ, ਇਹ ਮੇਰੇ ਅੰਨ ਨੇ, ਮੇਰੇ ਪਿਆਰੇ, ਇਹ ਮੇਰਾ ਖਾਸ ਰੂਪ ਨੇ। ਉਹਨਾਂ ਨੂੰ ਸਤਿਗੁਰੂ ਜੀ ਨੇ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ। ਉਹਨਾਂ ਨੂੰ ਸਤਿਗੁਰੂ ਜੀ ਨੇ ਇੱਕ ਵੱਖਰੀ ਪਹਿਚਾਣ ਦਿੱਤੀ, ਇੱਕ ਵੱਖਰਾ ਲਿਬਾਸ ਦਿੱਤਾ, ਔਰ ਸੰਗਤਾਂ ਦੇ ਸਨਮੁਖ ਜਦੋਂ ਉਹਨਾਂ ਨੂੰ ਪੇਸ਼ ਕੀਤਾ, ਕੀ ਵਚਨ ਕਿਹਾ ਕਿ ਖਾਲਸਾ ਇਹ ਮੇਰਾ ਖਾਸ ਰੂਪ ਹੈ, ਮੈਂ ਹਮੇਸ਼ਾ ਇਹਨਾਂ ਦੇ ਅੰਗ ਸੰਗ ਹਾਂ, ਇਹਨਾਂ ਦੇ ਵਿੱਚ ਮੇਰਾ ਵਾਸਾ ਹੋਵੇਗਾ, ਇਹ ਮੇਰੇ ਇਸ਼ਟੇ, ਮੇਰੇ ਪਿਆਰੇ ਨੇ, ਇਹ ਮੇਰੇ ਸੰਗੀ ਨੇ, ਇਹ ਮੇਰੇ ਸਹਿਯੋਗੀ ਨੇ। ਇੱਥੋਂ ਤੱਕ ਸਤਿਗੁਰੂ ਜੀ ਨੇ ਉਹਨਾਂ ਨੂੰ ਮਾਣ ਦੇ ਦਿੱਤਾ ਜਿਹੜਾ ਅੱਜ ਤੱਕ ਕਿਸੇ ਰਹਿਬਰ ਨੇ ਆਪਣੀ ਉਮਤ ਨੂੰ ਦਿੱਤਾ ਹੀ ਨਹੀਂ। ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ ਆਪਣੇ ਸਤਿਗੁਰੂ ਜੀ ਦਾ ਇਹ ਵਚਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰਉ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹਉ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਪਛ ਅਰਪਾਤਾ, ਖਾਲਸਾ ਮੇਰੋ ਸੁਖ ਅਹਲਾਦਾ, ਖਾਲਸਾ ਮੇਰੋ ਸਤਿਗੁਰ ਪੂਰਾ। ਉਹ ਸਾਧ ਸੰਗਤ ਗੁਰੂ ਬਣਨ ਵਾਸਤੇ ਤੇ ਹਰ ਕੋਈ ਤਿਆਰ ਹੈ, ਪਰ ਧਨ ਸਮਰੱਥ ਸਤਿਗੁਰੂ ਜਿਹੜੇ ਸੇਵਕ ਬਣਨ ਵਾਸਤੇ ਵੀ ਤਿਆਰ ਹੋ ਜਾਂਦੇ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸੰਸਾਰ ਜਗਤ ਗੁਰੂ ਮੰਨਦਾ ਹੈ, ਪਰ ਆਪਣੇ ਸੇਵਕ ਦੀ ਘਾਲਣਾ ਦੇਖ ਕੇ ਉਸ ਨੂੰ ਆਪਣੇ ਸਿੰਘਾਸਣ ਦੇ ਉੱਪਰ ਬਿਠਾ ਕੇ ਉਸ ਦੀਆਂ ਕਰਕੇ 3 ਪ੍ਰਕਰਮਾਂ 5 ਪੈਸੇ ਨਾਰੀਏ ਲੱਗੇ ਰੱਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸੇਵਕ ਅੱਗੇ ਹੀ ਨਮਸਕਾਰ ਕਰ ਦਿੰਦੇ ਹਨ। ਥਾਪਿਆ ਲੈਣਾ ਜੀਵਦੈ, ਗੁਰਿਆਈ ਦਾ ਛੱਤਰ ਫਿਰਾਇਆ। ਤੋ ਸਾਧ ਸੰਗਤ ਕਈ ਵਾਰ ਦਾਸ ਇਹ ਬੇਨਤੀ ਕਰਿਆ ਕਰਦਾ ਹੈ ਕਿ ਜਿਹੜੇ ਸਾਡੇ 10 ਗੁਰੂ ਸਾਹਿਬਾਨ ਹੋਏ ਹਨ ਨਾ, ਇਹ ਸਾਰਿਆਂ ਦੀ ਵਿਚਾਰਧਾਰਾ ਇੱਕ ਹੈ, ਇੱਕੋ ਹੀ ਪ੍ਰਵਾਹ ਚੱਲ ਰਿਹਾ ਹੈ। ਐਸਾ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਚਾਰ ਕੁਝ ਹੋਰ ਸਨ ਔਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀ ਸੋਚ ਕੁਝ ਹੋਰ ਸੀ, ਕੋਈ ਰੰਚਕ ਮਾਤਰ ਵੀ ਫਰਕ ਨਹੀਂ ਸੀ। ਉਹਨਾਂ ਦੇ ਵਿਚਾਰਾਂ 'ਚ ਪੂਰੀ ਇਕਸਾਰਤਾ, ਪੂਰੀ ਯੂਨੀਫਾਰਮਿਟੀ ਸੀ। ਹਾਂ ਸਾਧ ਸੰਗਤ, ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਹੀ ਨੇ ਜਿਹੜੇ ਆਪਣੇ ਸਾਜੇ ਖਾਲਸੇ ਨੂੰ ਇਤਨਾ ਵੱਡਾ ਮਾਣ, ਇਤਨਾ ਵੱਡਾ ਰੁਤਬਾ ਦੇ ਰਹੇ ਨੇ। ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ ਜੀ ਕਲਗੀਆਂ ਵਾਲਾ ਵਾਜਾਂ ਵਾਲਾ, ਆਪੇ ਗੁਰ ਚੇਲਾ ਜੀ ਕਲਗੀਆਂ ਵਾਲਾ ਵਾਜਾਂ ਵਾਲਾ। ਆਪੇ ਗੁਰੂ ਚੇਲਾ ਜੀ ਕਲਗੀਆਂ ਵਾਲਾ ਵਾਜਾਂ ਵਾਲਾ, ਆਪੇ ਗੁਰੂ ਚੇਲਾ ਜੀ ਕਲਗੀਆਂ ਵਾਲਾ ਵਾਜਾਂ ਵਾਲਾ।
ਕਲਗੀਆਂ ਵਾਲਾ ਵਾਜਾ ਵਾਲਾ, ਕਲਗੀਆਂ ਵਾਲਾ ਵਾਜਾ ਵਾਲਾ। ਕਲਗੀਆਂ ਵਾਲਾ ਵਾਜਾ ਵਾਲਾ, ਕਲਗੀਆਂ ਵਾਲਾ ਵਾਜਾ ਵਾਲਾ। ਆਪੇ ਗੁਰੂ ਚਲਾਨੀ ਕਲਗੀਆਂ ਵਾਲਾ ਵਾਜਾ ਵਾਲਾ, ਆਪੇ ਗੁਰੂ ਚਲਾਨੀ ਕਲਗੀਆਂ ਵਾਲਾ ਵਾਜਾ ਵਾਲਾ। ਸਾਰ ਸੰਗਤ ਉਹਨਾਂ ਨੂੰ ਇਤਨਾ ਵੱਡਾ ਮਾਣ ਦੇ ਕੇ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਉਹਨਾਂ ਦੇ ਪਾਸੋਂ ਯਾਚਨਾ ਕੀਤੀ ਕਿ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਓ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਆਪ ਸਮਰੱਥ ਹੋ, ਆਪ ਸਾਡੇ ਗੁਰੂਦੇਵ ਹੋ, ਆਪ ਨੇ ਸਾਡੇ ਪਰ ਮਹਾਨ ਬਖਸ਼ਿਸ਼ ਕੀਤੀ ਹੈ, ਸਾਨੂੰ ਇਹ ਦਾਤ ਬਖਸ਼ੀ ਹੈ, ਸਾਡੀ ਇਹ ਸਮਰੱਥਾ, ਸਾਡੀ ਇਹ ਔਕਾਤ, ਅਸੀਂ ਆਪ ਨੂੰ ਕਿਵੇਂ ਅੰਮ੍ਰਿਤ ਛਕਾ ਸਕਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਖਾਲਸਾ ਜੀ ਅਸੀਂ ਗੁਰੂ ਘਰ ਦੇ ਵਿੱਚ ਅੱਜ ਨਵੀਂ ਰਵਾਇਤ ਪ੍ਰਚਲਿਤ ਕਰਨੀ ਹੈ ਕਿ ਅੱਜ ਤੋਂ ਬਾਅਦ ਜਿਸ ਕਿਸੇ ਨੇ ਵੀ ਗੁਰਮਤਿ ਦੇ ਦਾਇਰੇ ਵਿੱਚ ਆਉਣਾ ਹੋਵੇ ਉਸ ਨੂੰ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਏਗਾ। ਅੱਜ ਮੈਂ ਤੁਹਾਡੇ ਪਾਸੋਂ ਖੁਦ ਅੰਮ੍ਰਿਤ ਛਕਾਂਗਾ, ਫਿਰ ਜਿਹੜੇ ਸਾਡੇ ਬਾਕੀ ਦੇ ਸਿੱਖ, ਕਿਉਂਕਿ ਤੁਹਾਨੂੰ 5 ਨੂੰ ਤਾਂ ਅਸੀਂ ਛਕਾ ਦਿੱਤਾ ਹੈ, ਅੱਗੋਂ ਵਾਸਤੇ ਇਹ ਸੇਵਾ ਅਸੀਂ ਤੁਹਾਨੂੰ ਦੇ ਰਹੇ ਹਾਂ। ਤੁਹਾਡੇ ਪਾਸੋਂ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ। ਫਿਰ ਜਿਹੜੇ ਗੁਰੂ ਨਾਨਕ ਦੇ ਘਰ ਦੇ ਪੈਰੋਕਾਰਾਂ ਦੀ ਜਮਾਤ ਹੈ, ਹੁਣ ਤੱਕ ਸੰਗਤ ਦੇ ਨਾਮ ਨਾਲ ਜਾਣੀ ਜਾਂਦੀ ਹੈ। ਦੇਖੋ ਸਾਰ ਸੰਗਤ ਪਹਿਲਾਂ ਜਿੱਥੇ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂਦੇ ਉੱਥੇ ਗੁਰਦੁਆਰੇ ਬਣਦੇ, ਬੜੀ ਸਿੱਖ ਸੰਗਤ, ਛੋਟੀ ਸਿੱਖ ਸੰਗਤ ਜਾਂ ਧਰਮਸ਼ਾਲਾ ਬਣਦੀਆਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰਾਂ ਦੀ, ਗੁਰਸਿੱਖਾਂ ਦੀ ਜਮਾਤ ਸੰਗਤ ਦੇ ਨਾਮ ਨਾਲ ਜਾਣੀ ਜਾਂਦੀ ਸੀ। ਗੁਰਸਿੱਖੋ ਜਿਹੜੀ ਸੰਗਤ ਹੈ ਹੁਣ ਇਹ ਖਾਲਸਾ ਸੱਜ ਜਾਏਗੀ। ਗੁਰਸੰਗਤ ਕੀਨੀ ਖਾਲਸਾ, ਮਨਮੁਖੀ ਨਵੇਲਾ। ਉਹ ਦੇਖਾ ਦੇਖੀ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਣਗੇ। ਗੁਰੂ ਘਰ ਵਿੱਚ ਰਹੁ ਰੀਤ ਪ੍ਰਚਲਿਤ ਹੋ ਜਾਵੇਗੀ ਕਿ ਗੁਰਮਤਿ ਦੇ ਦਾਇਰੇ ਅੰਦਰ ਆਉਣ ਵਾਸਤੇ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਲਾਜ਼ਮੀ ਹੈ। ਉਹ ਸਾਧ ਸੰਗਤ ਫਿਰ ਸਤਿਗੁਰੂ ਜੀ ਦੀ ਆਗਿਆ ਮੰਨ ਕੇ 5 ਪਿਆਰਿਆਂ ਨੇ ਉਹਨਾਂ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਉਹਨਾਂ ਦੇ ਪਾਸੋਂ ਅੰਮ੍ਰਿਤ ਦੀ ਇਹ ਦਾਤ ਯਾਚਨਾ ਕਰਕੇ, ਬੇਨਤੀ ਕਰਕੇ ਸਤਿਗੁਰੂ ਜੀ ਨੇ ਹਾਸਲ ਕੀਤੀ। ਫਿਰ ਹੁਕਮ ਕਰ ਦਿੱਤਾ, ਆਗਿਆ ਕਰ ਦਿੱਤੀ ਆਪਣੇ ਖਾਲਸੇ ਨੂੰ ਕਿ ਅੱਜ ਤੋਂ ਬਾਅਦ ਜਿਸ ਕਿਸੇ ਨੇ ਵੀ ਗੁਰਮਤਿ ਦੇ ਦਾਇਰੇ ਅੰਦਰ ਆਉਣਾ ਹੈ ਉਸ ਨੂੰ ਇਹ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੀ ਪਵੇਗਾ। ਸਿੱਖੀ ਨੇ ਰਹਿਤਾ ਨਿਸ਼ਾਨੇ ਸਿੱਖੀ 5 ਹਰ ਪਸਤ ਕਾਪ, ਹਰ ਗਿਜ਼ ਨਾ ਬਾਸ਼ਨੀ 5 ਮੁਆਪ, ਕੜਾ ਕਾਰ ਦੋ ਕਛ ਕੰਗੇ ਬਿਦਾ, ਬਿਲਾ ਕੇ ਸੇਤ ਅਸ ਜੁਮਲਾ ਨਿਸ਼ਾਨ। ਅਸੀਂ ਤੁਹਾਨੂੰ ਇਹ ਵੱਖਰੀ ਪਹਿਚਾਣ ਦੇ ਦਿੱਤੀ ਹੈ। ਲੱਖਾਂ ਦੇ ਵਿੱਚੋਂ ਵੀ ਜਿੱਥੇ ਕਿਤੇ ਸਾਡਾ ਸਿੰਘ ਖੜਾ ਹੋਇਆ ਕਰੇਗਾ ਨਾ, ਉਸ ਨੂੰ ਦੱਸਣ ਦੀ ਲੋੜ ਨਹੀਂ ਪਿਆ ਕਰੇਗੀ ਕਿ ਮੈਂ ਗੁਰੂ ਕਾ ਸਿੱਖ ਹਾਂ। ਦੂਰੋਂ ਹੀ ਉਸ ਦੀ ਪਹਿਚਾਣ ਆ ਜਾਇਆ ਕਰੇਗੀ। ਸਾਧ ਸੰਗਤ ਦੇਖੋ ਪੱਗਾਂ ਤੇ ਹੁਣ ਸਾਰੀ ਬੰਨ੍ਹਦੇ ਨੇ, ਕਈ ਲਪੇਟਦੇ ਨੇ, ਜਿਸ ਤਰ੍ਹਾਂ ਰੱਸੇ ਲਪੇਟੀਦੇ ਨੇ ਇਸ ਤਰ੍ਹਾਂ ਬੰਨ੍ਹ ਲੈਂਦੇ ਨੇ, ਕੋਈ ਕਿਸੇ ਤਰੀਕੇ ਨਾਲ ਬੰਨ੍ਹਦੇ ਨੇ, ਕੋਈ ਕਿਵੇਂ ਬੰਨ੍ਹਦੇ ਨੇ। ਪਰ ਜਿਹੜੀ ਦਸਤਾਰ ਖਾਲਸਾ ਬਣਦਾ ਹੈ, ਜਿਹੜਾ ਦਮਾਲਾ ਸਿੰਘ ਸਜਾਉਂਦੇ ਨੇ, ਜਿਹੜੀ ਗੁਰੂ ਨਾਨਕ ਦੇ ਪੈਰੋਕਾਰਾਂ ਦੀ, ਗੁਰਸਿੱਖਾਂ ਦੀ ਦਸਤਾਰ ਕਿਸੇ ਹੋਰ ਨਾਲ ਮਿਲਦੀ ਹੀ ਨਹੀਂ। ਇਹ ਦਸਤਾਰ ਸਿਰਫ
ਗੁਰੂ ਕੇ ਸਿੱਖ ਹੀ ਸਜਾ ਸਕਦੇ ਨੇ। ਹਾਂ, ਸਤਿਗੁਰੂ ਜੀ ਨੇ ਜਿਹੜਾ ਉਹ ਕਿਸੇ ਵੇਲੇ ਪ੍ਰਣ ਕੀਤਾ ਸੀ ਨਾ, ਪ੍ਰਤਿਗਿਆ ਕੀਤੀ ਸੀ ਵੀ ਵਕਤ ਆਵੇਗਾ ਗੁਰਸਿੱਖੋ ਇਹੋ ਜਿਹਾ ਖਾਲਸਾ ਪੰਥ, ਇਹੋ ਜਿਹਾ ਸਿੰਘ ਸਾਜਾਂਗਾ ਜਿਸ ਦੇ ਮੂੰਹ 'ਤੇ ਲਿਖਿਆ ਹੋਵੇਗਾ ਇਹ ਗੁਰੂ ਕਾ ਸਿੱਖ ਹੈ। ਉਹ ਕਾਰਨ ਬਣਿਆ ਸੀ ਨਾ, ਅੱਜ ਉਹ ਕਾਰਨ ਦਾ ਕਾਰਜ ਬਣ ਗਿਆ। ਸਤਿਗੁਰੂ ਜੀ ਨੇ ਖਾਲਸਾ ਪੰਥ ਸਾਜ ਦਿੱਤਾ ਅੱਜ ਦੇ ਮਹਾਨ ਪਵਿੱਤਰ ਦਿਹਾੜੇ। ਆਓ ਸਾਧ ਸੰਗਤ ਸੰਗਰਾਂਦ ਦਾ ਵੀ ਦਿਹਾੜਾ ਹੈ। ਥੋੜ੍ਹੀ ਜਿਹੀ ਵਿਚਾਰ ਸੰਖੇਪ ਜੀ ਮਹੀਨੇ ਦੀ ਬਾਬਤ ਵੀ ਕਰ ਲਈਏ। ਵੈਸਾਖ ਧੀਰਨ ਕਿਉਂ ਵਾਢੀਆਂ, ਜਿਹੜੀਆਂ ਵਿਛੜੀਆਂ ਹੋਈਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ, ਉਹ ਜੀਵ ਇਸਤਰੀਆਂ, ਉਹਨਾਂ ਨੂੰ ਕਿਵੇਂ ਧੀਰ ਜਾ ਸਕਦਾ ਹੈ? ਸੁਣ ਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ, ਕਿਉਂ ਧੀ ਰਹਿ ਗਈ ਨਾ ਬਿਨਾ ਪ੍ਰਭ ਬੇਪਰਵਾਹ। ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਣ ਪੁਰਖ ਤਿਆਗ ਕੇ ਲੱਗੀ ਮਾਇਆ ਧੋ। ਸੱਜਣ ਕੌਣ ਹੈ? ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਸਭ ਤੋਂ ਵੱਡਾ ਸੱਜਣ ਤੇ ਉਹੋ ਹੀ ਹੈ ਨਾ। ਪਰਮਾਤਮਾ ਨਾਲੋਂ ਵੱਡਾ ਸੱਜਣ ਜੀਵ ਦਾ ਹੋਰ ਕੌਣ ਹੋ ਸਕਦਾ ਹੈ? ਜਿਸ ਨੇ ਮਾਤਾ ਦੇ ਉਦਰ ਦੇ ਵਿੱਚ ਵੀ ਇਸ ਦੀ ਪਾਲਣਾ ਕੀਤੀ। ਜਨਨੀ ਕੇਰੇ ਉਦਰ ਉਦਕ ਮਾਹੇ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ, ਐਸਾ ਖਸਮ ਹਮਾਰਾ। ਜਿਹੜਾ ਸਦਾ ਹੀ ਜੀਵ ਦੀ ਰੱਖਿਆ ਕਰਦਾ ਹੈ, ਇਸ ਦਾ ਸਹਾਇਕ ਬਣਦਾ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਵਿਨਾਸ਼ਦ ਹੈ। ਭਗਤ ਵਛਲ ਅਨਾਥ ਨਾਥੇ, ਸਰਣ ਨਾਨਕ ਪੁਰਖ ਉਚਿਤ ਹੈ। ਐਸੇ ਸਮਰੱਥ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਵੱਡਾ ਸੱਜਣ ਹੋਰ ਕਿਹੜਾ ਹੋ ਸਕਦਾ ਹੈ? ਜਿਹਨੇ ਉਸ ਸੱਜਣ ਨੂੰ ਹੀ ਵਿਸਾਰ ਦਿੱਤਾ, ਜਿਸ ਨੇ ਇਸ ਨੂੰ ਦੇਖਣ ਵਾਸਤੇ ਅੱਖਾਂ, ਬੋਲਣ ਵਾਸਤੇ ਜ਼ੁਬਾਨ, ਸੁਣਨ ਵਾਸਤੇ ਕੰਨ ਦਿੱਤੇ। ਜਿਨ ਕੰਨ ਦੀਨੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਜਿਨ ਜੀਓ ਪਿੰਡ ਮੁਖ ਨੱਕ ਦੀਆ, ਵਰਤਨ ਕੋ ਪਾਣੀ। ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ। ਹਾਂ, ਜਿਨ੍ਹਾਂ ਨੇ ਐਸੇ ਪ੍ਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਤੇ ਵਿਸਾਰ ਦਿੱਤਾ। ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਧੋ ਨਾਮ ਛਲਦਾ ਹੈ, ਮਾਈ ਮਾਇਆ ਛਲ, ਜਿਸ ਦਾ ਕੰਮ ਹੀ ਹੈ ਛਲਣਾ, ਜਿਹੜੀ ਦੇਖਣ ਨੂੰ ਕੁਝ ਹੋਰ ਪ੍ਰਤੀਤ ਹੁੰਦੀ ਹੈ ਔਰ ਹਕੀਕਤ ਇਸ ਦੀ ਕੁਝ ਹੋਰ ਦੀ ਹੋਰ ਹੀ ਹੋਇਆ ਕਰਦੀ। ਹਾਂ, ਜਿਹੜੇ ਜੀਵ ਉਸ ਪਰਮਾਤਮਾ ਤੋਂ ਬੇਮੁਖ ਹੋ ਕੇ ਉਸ ਪਰਮਾਤਮਾ ਦੀ ਵਰਤਾਈ ਜਾਂ ਉਸ ਦੀ ਬਣਾਈ ਮਾਇਆ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਦੇਂਦੇ ਥਾਵੋਂ ਦਿੱਤਾ ਚੰਗਾ। ਦੇਂਦਾ ਦੇਣ ਵਾਲਾ, ਦੇਂਦਾ ਦੇ ਲੈਂਦੇ ਥਕ ਪਾਏ ਅਕਾਲ ਪੁਰਖ ਵਾਹਿਗੁਰੂ। ਦਿੱਤਾ ਕੀ ਆ? ਦਿੱਤੀ ਆ ਉਸਦੀ ਮਾਇਆ। ਦੇਣ ਵਾਲੇ ਦਾਤੇ ਨੂੰ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਮਨ ਮੁਖਾਲੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣਗੇ। ਮਨ ਮੁਖਾਲੇ ਵਿਸਾਰ ਦਿੱਤਾ ਦਾਤਾ, ਜੀ ਦਾਤ ਨੂੰ ਪਿਆਰੀ ਜਾਣਗੇ। ਮਨ ਮੁਖਾਲੇ ਵਿਸਾਰ ਦਿੱਤਾ, ਹਾਂ ਵਿਸਾਰ ਦਿੱਤਾ ਦਾਤਾ, ਜੀ ਨਾਥ ਨੂੰ ਪਿਆਰੀ ਜਾਣਗੇ। ਮਨ ਮੁਖਾਲੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣਗੇ।
ਹਰ ਸਾਜਨ ਪੁਰਖ ਤਿਆਰ ਕੈ ਲੱਗੀ ਮਾਇਆ ਧੋ। ਪੁੱਤਰ ਕੁਲਤ ਨਾ ਸੰਗ ਧਨਾ ਹਰ ਅਬਨਾਸੀ ਉਹ। ਹੁਣ ਸਾਰ ਸੰਗਤ ਮਾਇਆ ਦੀ ਗੱਲ ਹੋ ਰਹੀ ਹੈ। ਮਾਇਆ ਦੀ ਪਰਿਭਾਸ਼ਾ ਭਲਾ ਕੀ ਹੈ? ਇਹ ਜਿਹੜੇ ਆਪਾਂ ਕਰੰਸੀ ਨੋਟ ਦੇਖਦੇ ਆ ਨਾ, ਸਿਰਫ ਇਹੋ ਹੀ ਮਾਇਆ ਨਹੀਂ। ਹਰ ਉਹ ਚੀਜ਼, ਹਰ ਉਹ ਹਸਤੀ, ਹਰ ਉਹ ਸ਼ਕਤੀ, ਹਰ ਉਹ ਵਸਤੂ ਮਾਇਆ ਹੈ ਜਿਹੜੀ ਜੀਵ ਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ, ਜਿਹਦੇ ਜ਼ੇਰੇ ਅਸਰ ਹੋ ਕੇ ਇਹ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜੈਸੀ ਅਗਨ ਉਦਨ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ ਖੇਲ ਰਚਾਇਆ। ਜਾਤ ਸੇ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅੱਗੇ ਸਤਿਗੁਰੂ ਜੀ ਮਾਇਆ ਦੀ ਪਰਿਭਾਸ਼ਾ ਦੇ ਰਹੇ ਨੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ। ਹੁਣ ਪੁੱਤਰ ਕੁਲੱਤਰ ਇਹਨਾਂ ਦੇ ਮੋਹ ਦੇ ਵਿੱਚ ਗ੍ਰਸ ਕੇ ਹੀ ਜੀਵ ਉਸ ਪਰਮਾਤਮਾ ਨੂੰ ਭੁੱਲਦਾ ਹੈ ਨਾ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜਿਹੜੀ ਪਰਮਾਤਮਾ ਦੀ ਕਿਰਤ ਹੈ, ਪਰਮਾਤਮਾ ਦੀ ਜਿਹੜੀ ਬਣਾਈ ਮਾਇਆ ਹੈ ਨਾ, ਉਹ ਤੇ ਪਿਆਰੀ ਲੱਗਣ ਲੱਗ ਪਈ। ਜਿਹੜਾ ਇਹਦਾ ਕਰਤਾ ਹੈ ਉਸ ਨੂੰ ਭੁਲਾ ਦਿੱਤਾ, ਉਹਦੇ ਵੱਲ ਪਿੱਠ ਕਰ ਲਈ। ਪਰ ਸਤਿਗੁਰੂ ਜੀ ਇੱਥੇ ਸਾਵਧਾਨ ਕਰ ਰਹੇ ਨੇ, ਪੁੱਤਰ ਕੁਲੱਤਰ ਨਾ ਸੰਗ ਧਨਾ, ਨਾ ਜੜ ਮਾਇਆ, ਨਾ ਚੇਤਨ ਮਾਇਆ, ਨਾ ਸੂਖਮ ਮਾਇਆ। ਐ ਜੀਵ ਇਹ ਤੇਰੇ ਸੰਗ, ਇਹ ਤੇਰੇ ਸਾਥ ਨਹੀਂ ਜਾਏਗੀ ਅੱਗੇ। ਸਾਥ ਨਾ ਚੱਲੈ ਬਿਨ ਭਜਨ ਇੱਕ ਹੀ ਚੀਜ਼ ਹੈ, ਉਸ ਦਾ ਭਜਨ, ਉਸ ਦੀ ਬੰਦਗੀ, ਉਸ ਦਾ ਨਾਮ, ਇਹਨੇ ਅੱਗੇ ਸਾਥ ਦੇਣਾ ਹੈ। ਪੁੱਤਰ ਕੁਲੱਤਰ ਨਾ ਸੰਗ ਧਨਾ ਹਰ ਅਵਨਾਸੀ ਉਹ। ਉਹਨੇ ਅੱਗੇ ਸਹਾਈ ਬਣਨਾ ਹੈ। ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਦੋਂ ਕੀਤੇ ਕਰਮਾਂ ਦਾ ਹਿਸਾਬ ਹੋਣਾ ਹੈ ਨਾ, ਸਿਵਾਏ ਪ੍ਰਮਾਤਮਾ ਦੇ ਨਾਮ ਤੋਂ ਜੇ ਕੁਝ ਹੋਰ ਇੱਥੇ ਖੱਟਿਆ ਵੀ ਹੈ ਨਾ, ਲੋਕਾਂ ਦੀ ਵਾਹ 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 ਲੈਣ ਵਾਸਤੇ ਇਕਸ ਹਰ ਕੇ ਨਾਮ ਬਿਨ ਅੱਗਾ ਲਈਐ ਕੋਈ। ਵੱਡੇ ਸੰਤ ਜੀ ਮਹਾਰਾਜ ਆਪਣੇ ਕੀਰਤਨ ਵਿਖਿਆਣ ਦੌਰਾਨ ਆਮ ਹੀ ਇਸ ਪ੍ਰਸੰਗ ਦਾ ਜ਼ਿਕਰ ਕਰਿਆ ਕਰਦੇ ਵੀ ਜਿਹੜੇ ਜੀਵ ਦਿਖਾਵੇ ਦੇ ਬਹਿਰੰਗ ਸਾਧਨ ਕਰਦਾ ਹੈ ਨਾ, ਲੋਕ ਦਿਖਾਵੇ ਵਾਸਤੇ ਵਿਆਖਿਆ ਕਰਿਆ ਕਰਦੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਸ ਸ਼ਬਦ ਦੀ, ਕਰਮ ਧਰਮ ਪਖੰਡ ਜੋ ਦਿਸੈ ਤਿਨ ਜੰਮ ਜਾਗਾਤੀ ਲੂਟਾ ਹੈ। ਵੀ ਜਮਾਂ ਦੇ ਜਾਗਾਤੀ ਰਾਹ ਵਿੱਚ ਹੀ ਲੁੱਟ ਲੈਂਦੇ ਨੇ। ਵੀ ਕੀਤਾ ਕਦੀ ਕੋਈ ਜੁੱਤਾ ਦਾਨ, ਇਹ ਦੱਸਦਾ ਵੀ ਕੀਤਾ ਤੇ ਸੀ, ਕਿ ਉਹਦਾ ਫਲ ਮੈਨੂੰ ਦੇ ਦੇ। ਜਿਹੜੇ ਇੱਥੇ ਤੇਰੇ ਪੈਰ ਸੜ ਰਹੇ ਨੇ, ਇੱਥੇ ਤੇਰਾ ਬਚਾਅ ਹੋ ਜਾਏਗਾ। ਹੋਰ ਸੇਕ ਲੱਗਦਾ ਹੈ ਵੀ ਕੀਤਿਆ ਕਦੇ ਜਦੋਂ ਤਰਲੇ ਕਰਦਾ ਹੈ ਨਾ ਵੀ ਮੇਰੀ ਰੱਖਿਆ ਕਰੋ, ਮੈਨੂੰ ਬਚਾਓ। ਕੀਤਿਆ ਕਦੇ ਕੋਈ ਛਤਰੀ ਦਾਨ, ਜੇ ਕੀਤੀ ਤੇ ਹੈ ਵੀ ਉਹਦਾ ਫਲ ਮੈਨੂੰ ਦੇ ਦੇ, ਵੀ ਤੇਰਾ ਇਸ ਧੁੱਪ ਤੋਂ ਬਚਾਅ ਹੋ ਜਾਏਗਾ। ਪਿਆਸ ਲੱਗਦੀ ਹੈ ਫਿਰ ਤਰਲੇ ਕਰਦਾ ਹੈ ਵੀ ਕੋਈ ਲਾਇਆ, ਕਦੀ ਪਿਆਓ, ਕਦੀ ਪਿਆਸੇ ਨੂੰ ਜਲ ਛਕਾਇਆ। ਵੀ ਦੁਨੀਆ ਦੀ ਵਡਿਆਈ ਲੈਣ ਵਾਸਤੇ ਜ਼ਰੂਰ ਲਾਇਆ ਸੀ ਇੱਕ ਵਾਰ ਪਿਆਓ, ਛਬੀਲ ਲਾਈ ਖਾਵੇ ਵਾਸਤੇ। ਇਹਨਾਂ ਨੂੰ ਤੇ ਜਮਾਂ ਦੇ ਜਾਗਾਤੀ ਰਾਹ ਵਿੱਚ ਹੀ ਲੁੱਟ ਲੈਂਦੇ ਨੇ। ਕਰਮ ਧਰਮ ਪਾਖੰਡ ਜੋ ਦੀਸੈ ਹੈ ਤਿਨ ਜਮ ਜਾਗਾਤੀ ਲੂਟੈ ਹੈ। ਫਿਰ ਅੱਗੇ ਨਾਲ ਕੀ ਜਾਂਦਾ ਹੈ? ਜਿਹੜੇ ਕਰਮ ਨਿਰਛਿਤ ਹੋ ਕੇ ਕੀਤੇ ਜਾਂਦੇ ਨੇ, ਨਿਸ਼ਕਾਮ ਹੋ ਕੇ ਕੀਤੇ ਜਾਂਦੇ ਹਨ, ਸੇਵਾ ਭਾਵਨਾ ਦੇ ਨਾਲ ਨਿਰਵਾਣ ਹੋ ਕੇ ਕੀਤੇ ਜਾਂਦੇ ਨੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਫਿਰ ਥੋੜ੍ਹੇ ਦਾ ਹੀ ਬਹੁਤਾ ਫਲ ਪ੍ਰਾਪਤ ਹੋ ਜਾਏਗਾ। ਨਿਮਖ ਸਿਮਰਤ ਜਿਤ ਛੂਟੈ। ਛਿਨ ਮਾਤਰ ਵਾਸਤੇ ਵੀ ਐਸਾ ਕੋਈ ਸਾਧਨ ਕੀਤਾ ਹੈ ਨਾ, ਪਰਮੇਸ਼ਰ ਦੇ ਨਾਮ ਦਾ ਸਿਮਰਨ, ਬੰਦਗੀ, ਪਰਮੇਸ਼ਰ ਦੀ ਪ੍ਰੇਮਾ ਭਗਤੀ, ਉਹਦੇ ਨਾਲ ਵੀ ਛੁਟਕਾਰਾ ਹੋ ਜਾਏਗਾ। ਪਰ ਜੇ ਇਹਨੂੰ ਸੰਚਿਤ ਨਹੀਂ ਕੀਤਾ, ਜਪਿਆ ਨਹੀਂ ਪਰਮਾਤਮਾ ਦਾ ਨਾਮ, ਫਿਰ ਪੱਲੇ ਕੀ ਰਹਿਣਾ ਹੈ? ਇਹ ਤੋਂ ਸਿਵਾਏ ਬਾਕੀ ਸਭ ਕੁਝ ਤੇ ਖੋਹ ਲਿਆ ਜਾਏਗਾ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ, ਦਈਓ ਵਿਸਾਰ ਵਿਗੁਚਣਾ। ਉਹ ਪਰਮਾਤਮਾ ਨੂੰ ਹੁਣ ਭੁੱਲ ਕੇ ਤਾਂ ਪੱਲੇ ਖੁਆਰ ਹੀ ਪੈਂਦੀ ਹੈ। ਦਈਓ ਵਿਸਾਰ ਵਿਗੁਚਣਾ ਪ੍ਰਭ ਬਨਾਸੀ ਉਹ। ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ। ਸੋ ਖਿਮਾ ਕਰਨਾ, ਆਮ ਤੌਰ 'ਤੇ ਜਿਹੜੇ ਕਥਾਵਾਚਕ ਪੜ੍ਹਦੇ ਨੇ ਨਾ, ਮਹੀਨੇ ਦੀ ਕਥਾ ਕਰਨ ਵੇਲੇ ਉਹਨਾਂ ਦੇ ਪਾਸ ਪੋਥੀ ਹੁੰਦੀ ਹੈ। ਭਾਵੇਂ ਆਪਾਂ ਪਾਠ 'ਤੇ
12ਵਾਂ ਦਾ ਆਮ ਕਰਦੇ ਹੀ ਹਾਂ, ਪਰ ਕਈ ਵਾਰ ਪੰਕਤੀ ਵਿਸਰ ਜਾਂਦੀ ਹੈ। ਦਾਸ ਇਹਦੇ ਵਾਸਤੇ ਖਿਮਾ ਦਾ ਜਾਚਕ ਹੈ। ਹਾਂ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨਾ ਵਰਨਾ ਕੋਏ, ਪ੍ਰੀਤਮ ਚਰਣੀ ਜੋ ਲੱਗੇ। ਜਿਹੜੇ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ, ਕਿਹੜੇ ਨੇ ਉਸ ਪ੍ਰਮਾਤਮਾ ਦੇ ਚਰਨ? ਚਿੱਤ ਚਰਨ ਨਾਮ, ਹਿਰਦਾ ਚਰਨ ਸ਼ਬਦ ਸਤਿਗੁਰ ਕੋ, ਸਤਿਗੁਰ ਬਾਂਧਿਓ ਪਾਲ। ਹਾਂ ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਉਹਨਾਂ ਦੀ ਸੋਏ, ਉਹਨਾਂ ਦੀ ਸ਼ੋਭਾ ਸੰਸਾਰ 'ਤੇ ਪਵਿੱਤਰ ਹੈ, ਉਹਨਾਂ ਦੀ ਸ਼ੋਭਾ ਨਿਰਮਲ ਹੈ। ਨਿਰਮਲ ਹੀ ਹੈ ਨਾ, ਤਾਈਓ ਯਾਦ ਕਰ ਰਿਹਾ ਅੱਜ ਭਾਈ ਦਇਆ ਸਿੰਘ ਜੀ ਨੂੰ। ਉਹਨਾਂ ਦੀਆਂ ਅੱਗੇ ਸੰਪਰਦਾਵਾਂ ਚੱਲ ਰਹੀਆਂ ਨੇ। ਭਾਈ ਧਰਮ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਚੰਦ ਜੀ, ਭਾਈ ਹਿੰਮਤ ਸਿੰਘ ਜੀ, ਉਹਨਾਂ ਦੀ ਕਰਨੀ ਆਪਾਂ ਯਾਦ ਕਰਦੇ। ਉਹਨਾਂ ਦੀ ਸ਼ੋਭਾ, ਉਹਨਾਂ ਦੀ ਵਡਿਆਈ ਕੀਤੀ ਜਾਂਦੀ ਹੈ ਬੜੇ ਅਦਬ, ਬੜੇ ਸਤਿਕਾਰ ਦੇ ਨਾਲ। ਕਿੰਨੀ ਪਵਿੱਤਰ ਹੈ ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ। ਕਿਉਂ? ਕਿਉਂਕਿ ਗੁਰੂ ਚਰਨਾਂ ਦੇ ਨਾਲ ਜੁੜ ਗਏ ਸਨ। ਉਹਨਾਂ ਨੇ ਗੁਰੂ ਕੇ ਪਵਿੱਤਰ ਉਪਦੇਸ਼ ਨੂੰ, ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਹਾਂ ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਗੁਰੂ ਨਾਨਕ ਸਾਨੂੰ ਇਹ ਅਰਦਾਸ ਬੇਨਤੀ ਕਰਨ ਦੀ ਜਾਚ ਸਿਖਾ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਤਰਲਾ ਕਰਨ ਦੀ ਜਾਚ ਸਿਖਾ ਰਹੇ ਨੇ। ਮਿਲ ਮੇਰੇ ਪ੍ਰੀਤਮਾ ਜੀਓ। ਉਹਦੇ ਅੱਗੇ ਕਿਵੇਂ ਤਰਲਾ, ਕਿਵੇਂ ਲੇਲੜੀਆਂ ਕੱਢਣੀਆਂ ਨੇ। ਵੀਰ ਕੇਸੋ ਕੂਕੀਆ ਨਾ ਸੋਈਐ, ਆਸਾਰ ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਣੈ ਪੁਕਾਰ। ਨਾਨਕ ਕੀ ਪ੍ਰਭ ਮਿਹਨਤੀ, ਪ੍ਰਭ ਮਿਲੋ। ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਪਰ ਉਹਨਾਂ ਵਾਸਤੇ ਵਿਸਾਖ ਕੀ, ਉਹਨਾਂ ਵਾਸਤੇ ਸਾਰੇ ਹੀ ਮਹੀਨੇ ਸੁਹਾਵਣੇ ਬਣ ਜਾਂਦੇ ਹਨ। ਉਹਨਾਂ ਵਾਸਤੇ ਸਾਰੇ ਦਿਨ, ਸਾਰੀਆਂ ਹੀ ਘੜੀਆਂ, ਸਾਰੇ ਹੀ ਪਲ ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਕਰੇ। ਉਹ ਸਤਿਗੁਰੂ ਜੀ ਬਖਸ਼ਿਸ਼ ਕਰਨ। ਵਿਸਾਖ ਮਹੀਨੇ ਦੁਆਰਾ ਜੋ ਉਹਨਾਂ ਨੇ ਆਪਾਂ ਨੂੰ ਇਹ ਗੁਰਮਤਿ ਦਾ ਪਵਿੱਤਰ ਉਪਦੇਸ਼ ਦ੍ਰਿੜ ਕਰਵਾਇਆ ਹੈ, ਆਪਣੇ ਹਿਰਦੇ ਅੰਦਰ ਵਸ ਜਾਵੇ, ਤਾਂ ਜੋ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪਰਲੋਕ ਸਵਾਰ ਸਕੀਏ। ਆਓ ਸਾਧ ਸੰਗਤ ਹੁਣ ਸਮਾਗੇ। ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ। ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ। ਤੇ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਆਉਣ ਵਾਲੇ ਦਿਨਾਂ ਵਿੱਚ ਭਾਈ ਆਪ ਨੇ ਧਿਆਨ ਰੱਖਣਾ। ਇੱਕ ਤੇ ਆਪਾਂ ਇਸ ਮਾਰਚ ਦੇ ਮਹੀਨੇ ਦੇ ਵਿੱਚ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਉਂਦੇ ਹਾਂ। ਵੱਡੇ ਸੰਤ ਜੀ ਮਹਾਰਾਜ ਜੀ ਉਹ ਵੀ ਕਈ ਵਾਰ ਵਿਅੰਗਮਈ ਤਰੀਕੇ ਦੇ ਨਾਲ ਇਸ ਗੱਲ ਦਾ ਜ਼ਿਕਰ ਕਰਿਆ ਕਰਦੇ ਵੀ ਬਾਕੀ ਸਾਰੇ ਭਗਤਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ, ਪਰ ਧੰਨੇ ਦਾ ਜਨਮ ਦਿਨ ਕੋਈ ਨਹੀਂ ਮਨਾਉਂਦਾ। ਬਾਬਾ ਹੀਰਾ ਸਿੰਘ ਜੀ ਨੇ ਇੱਕ ਵਾਰ ਮੈਨੂੰ ਦੱਸਿਆ, ਉਹ ਕਹਿਣ ਲੱਗੇ ਸੰਤ ਜੀ ਮਹਾਰਾਜ ਨੂੰ ਦੂਸਰੀ ਵਾਰ ਇੰਗਲੈਂਡ ਗਏ, ਕਹਿਣ ਲੱਗੇ ਮੈਨੂੰ ਵੀ ਤੂੰ ਵੀ ਸਾਡੇ ਜਾਣ ਤੋਂ ਬਾਅਦ ਪਤਾ ਕਰੀ ਵੀ ਭਗਤ ਧੰਨਾ ਜੀ ਦਾ ਜਨਮ ਕਿੱਥੇ ਹੋਇਆ ਔਰ ਕਦੋਂ ਉਹਨਾਂ ਦਾ ਜਨਮ ਦਿਹਾੜਾ ਹੈ। ਉਦੋਂ ਇੰਨੀ ਜਾਗਰਤੀ ਵੀ ਹੈ ਨਹੀਂ ਸੀ। ਬਾਬਾ ਹੀਰਾ ਸਿੰਘ ਜੀ ਨੇ ਫਿਰ ਆਪਣੀ ਵੱਲੋਂ ਕੋਸ਼ਿਸ਼ ਵੀ ਕੀਤੀ। ਰਾਜਸਥਾਨ ਦੇ ਵਿੱਚ ਹੁਣ ਧੁਆਨ ਪਿੰਡ ਹੈ, ਹੁਣ ਤਾਂ ਉੱਥੇ ਗੁਰਦੁਆਰਾ ਸਾਹਿਬ ਵੀ ਬਣ ਗਿਆ ਹੈ। ਉਹ ਕਹਿਣ ਲੱਗੇ ਵੀ ਜਨਮ ਸਥਾਨ ਦਾ ਤਾਂ ਪਤਾ ਲੱਗ ਗਿਆ, ਪਰ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਉਹਦੀ ਬਾਬਤ ਕੋਈ ਜਾਣਕਾਰੀ ਨਾ ਮਿਲ ਸਕੀ। ਉਹ ਜਾਣਕਾਰੀ ਹੁਣ ਵੀ ਕਿਸੇ ਦੇ ਪਾਸ ਕੋਈ ਪੁਖਤਾ ਪੱਕੀ ਜਾਣਕਾਰੀ ਨਹੀਂ, ਪਰ ਇਹਨਾਂ ਦਿਨਾਂ ਦੇ ਵਿੱਚ ਹੀ ਭਗਤ ਧੰਨਾ ਜੀ ਦਾ ਉੱਥੇ ਵੀ ਜਨਮ ਦਿਹਾੜਾ ਮਨਾਇਆ ਜਾਂਦਾ। ਹੋਰ ਵੀ ਥਾਂ ਥਾਂ 'ਤੇ ਇੱਕ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਸੇਵਕ ਸਨ, ਸੰਤ ਈਸ਼ਰ ਸਿੰਘ ਜੀ ਲੰਬਿਆਂ ਵਾਲੇ। ਉਹਨਾਂ ਨੇ ਜਿੰਨਾ ਕੁ ਮੇਰੀ ਜਾਣਕਾਰੀ ਵਿੱਚ ਹੈ, ਸਭ ਤੋਂ ਪਹਿਲਾਂ ਹੁਣ ਤਾਂ ਮੋਹਾਲੀ ਵਿੱਚ ਆ ਗਿਆ ਉਹ ਸਥਾਨ, ਸ਼ਾਇਦ 7 ਫੇਜ਼ ਦੇ ਵਿੱਚ ਹੈ, ਉੱਥੇ ਭਗਤ ਧੰਨਾ ਜੀ ਦਾ ਸਥਾਨ ਬਣਾਇਆ ਉਹਨਾਂ ਦੇ ਨਾਂ 'ਤੇ। ਮੈਂ ਤਾਂ ਉਹ ਪਹਿਲਾ ਗੁਰਦੁਆਰਾ ਦੇਖਿਆ, ਤੁਹਾਡੀ ਜਾਣਕਾਰੀ ਵਿੱਚ ਹੋਵੇ ਤਾਂ ਕੁਝ ਕਹਿ ਨਹੀਂ ਸਕਦਾ।
ਉਹ ਮਹਾਂਪੁਰਖ ਵੀ ਉੱਥੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੁਣ ਵੀ ਮਨਾਉਂਦੇ ਨੇ। ਅਸਥਾਨ ਉਹਨਾਂ ਨੇ ਪਹਿਲਾਂ ਹੀ ਬਣਾ ਰੱਖਿਆ। ਸੋ ਆਪਾਂ ਵੀ ਪਿਛਲੇ ਸਾਲਾਂ ਤੋਂ ਉਹ ਸੰਤ ਜੀ ਮਹਾਰਾਜ ਦੇ ਉਸ ਵਚਨ ਅਨੁਸਾਰ ਹਰ ਸਾਲ ਇਹ ਮਾਰਚ ਦੇ ਮਹੀਨੇ ਦੇ ਵਿੱਚ ਅੱਗੇ ਤੇ ਕਈ ਵਾਰ ਪਹਿਲੇ ਜਾਂ ਦੂਜੇ ਹਫ਼ਤੇ ਇਹ ਜੋੜ ਮੇਲਾ ਮਨਾ ਲੈਂਦੇ ਹਾਂ। ਇਸ ਵਾਰ ਮੈਂ ਵੀ ਇੱਥੇ ਹੈ ਨਹੀਂ ਸੀ, ਪਿੱਛੇ ਵੀ ਇਸ ਗੱਲ ਵੱਲ ਤਵੱਜੋ ਨਹੀਂ ਦਿੱਤੀ ਗਈ। ਸੋ ਖੈਰ ਅਜੇ ਵੀ ਆਪਣੇ ਪਾਸ ਅਵਸਰ ਹੈ। ਜਿਹੜਾ ਆਉਣ ਵਾਲਾ ਹਫ਼ਤਾਵਾਰੀ ਦੀਵਾਨ ਹੈ ਨਾ ਐਤਵਾਰ ਦਾ, ਉਸ ਦਿਨ ਭਗਤ ਧੰਨਾ ਜੀ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜੇਗਾ। ਫਿਰ ਅੱਗੇ ਉਸ ਤੋਂ ਇੱਕ ਐਤਵਾਰ ਛੱਡ ਕੇ 2 ਮਈ ਨੂੰ ਐਤਵਾਰ ਆਉਂਦਾ ਹੈ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਹਾੜਾ, ਜਿਸ ਨੂੰ ਸਿੱਖ ਜਗਤ ਬੜੀ ਸ਼ਰਧਾ ਔਰ ਬੜੇ ਉਤਸ਼ਾਹ ਦੇ ਨਾਲ ਮਨਾਉਣ ਜਾ ਰਿਹਾ ਹੈ। 1 ਮਈ ਦਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੈ, ਵੈਸਾਖ ਵਦੀ ਪੰਚਮੀ ਵਾਲੇ ਦਿਨ। ਔਰ ਅਗਲੇ ਦਿਨ 2 ਤਾਰੀਖ ਨੂੰ 2 ਮਈ ਨੂੰ ਐਤਵਾਰ ਹੈ। ਸੋ ਆਪਾਂ ਐਤਵਾਰ ਵਾਲੇ ਦਿਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਔਰ ਬੜੇ ਉਤਸ਼ਾਹ ਦੇ ਨਾਲ ਮਨਾਵਾਂਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਮੇਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਨਵੇਂ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਉਹ ਕਾਰਜ ਉਹ ਤਕਰੀਬਨ ਪੂਰਾ ਹੋ ਚੁੱਕਾ ਹੈ। ਥੋੜ੍ਹੀ ਬਹੁਤ ਜਿਹੜੀ ਘਾਟਵਾਦ ਹੈ ਉਹ ਉਦੋਂ ਤੱਕ ਪੂਰੀ ਕਰ ਲਈ ਜਾਏਗੀ। ਜੇ ਫਿਰ ਵੀ ਕੋਈ ਛੋਟਾ ਮੋਟਾ ਕੰਮ ਰਹਿ ਗਿਆ, ਕਿਉਂਕਿ ਫਿਨਿਸ਼ਿੰਗ ਵੇਲੇ ਕਈ ਵਾਰ ਸਮਾਂ ਜ਼ਿਆਦਾ ਲੱਗ ਜਾਂਦਾ ਹੈ, ਸੋ ਆਪਾਂ ਜ਼ਿਆਦਾ ਸਮਾਂ, ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾਵਾਂ ਚੱਲਦੀਆਂ ਹੀ ਰਹਿੰਦੀਆਂ ਨੇ। ਉਸ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 450 ਸਾਲਾ ਪ੍ਰਕਾਸ਼ ਦਿਹਾੜੇ ਸਮੇਂ ਆਪਾਂ ਉਹ ਗੁਰੂ ਕੇ ਲੰਗਰ ਦੀ ਜਿਹੜੀ ਇਮਾਰਤ, ਜਿਸ ਦਾ ਨਾਮ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ 'ਤੇ ਹੀ ਗੁਰੂ ਨਾਨਕ ਲੰਗਰ ਹਾਲ ਰੱਖਿਆ ਗਿਆ ਹੈ, ਕਿਉਂਕਿ ਉਹਨਾਂ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਮੇਂ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਔਰ ਇਤਫਾਕ ਦੇ ਨਾਲ ਦੇਖੋ, ਇਹ ਵੀ ਸਬੱਬ ਦੀ ਗੱਲ ਹੈ, ਇਤਿਹਾਸ ਹੀ ਹੈ ਕਿਸਮ ਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸਮੇਂ ਆਪਾਂ ਜਿਹੜੀ ਉਹ ਇਮਾਰਤ ਹੈ ਸੰਗਤ ਦੇ ਅਰਪਣ ਕਰ ਦੇਣੀ ਹੈ। ਸੋ ਆਪ ਨੇ ਉਹਨਾਂ ਜੋੜ ਮੇਲਿਆਂ ਵਿੱਚ ਵੀ ਭਾਈ ਆਪਣੀ ਸ਼ਮੂਲੀਅਤ ਕਰਨੀ। ਆਓ ਹੁਣ ਤੱਕ ਭਾਈ ਜਿਹੜੇ ਗੁਰੂ ਜਿਨ੍ਹਾਂ ਨੇ ਹੁਣ ਤੱਕ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਨਹੀਂ ਕੀਤੀ, ਉਹ ਹੁਣ ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਸਫਲੀ ਬਣਾ ਲਓ। ਆਪ ਸਰਬਤ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਔਰ ਜੋ ਅੱਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਣ ਦਾ ਪਵਿੱਤਰ ਪੁਰਬ ਗੁਰਗੱਦੀ ਦਿਵਸ ਹੈ, ਇਹਨਾਂ ਮਹਾਨ ਪਵਿੱਤਰ ਦਿਹਾੜਿਆਂ ਦੀ ਲੱਖ ਲੱਖ ਵਧਾਈ ਹੋਵੇ ਜੀ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਸਾਹਿਬ, ਧੰਨ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੁਛ ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਾਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ
ਤੂੰ ਮਾਤ ਪਿਤਾ। ਸੂਖ ਕਨੇਰੇ ਕੋਏ ਨ ਜਾਣੈ, ਉੱਚੇ ਤੇ ਸਗਲ ਸਮਗਰੀ ਤੁਮਰੈ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਤੁਦੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਵਾਹਿਗੁਰੂ 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 ਸਾਹਿਬ ਜੀ। ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ। ਤਾ ਕਉ ਬਿਗਨ ਨ ਕਉ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ। ਸ਼ਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ। ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ, ਧਿਆਨ ਧਰਕੇ ਖਾਲਸਾ ਸਾਹਿਬ। ਬੋਲੋ ਜੀ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦੀਦਾਰਿਆਂ ਦਾ। ਧਿਆਨ ਧਰਕੇ ਖਾਲਸਾ ਸਾਹਿਬ। ਬੋਲੋ ਜੀ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 50 ਤਖਤਾਂ, ਸਰਬੱਤ ਗੁਰਦੁਆਰਿਆਂ ਦਾ। ਧਿਆਨ ਧਰਕੇ ਖਾਲਸਾ ਸਾਹਿਬ। ਬੋਲੋ ਜੀ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਸਿਦਕ ਨਹੀਂ ਹਾਰਿਆ ਤਿਨਾਂ ਸਚਿਆਰਿਆਂ ਪਿਆਰਿਆਂ, ਸਿਦਕਵਾਨ ਗੁਰਸਿੱਖਾਂ ਦੀ ਕਮਾਈ ਦਾ। ਧਿਆਨ ਧਰਕੇ ਖਾਲਸਾ ਸਾਹਿਬ। ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪੱਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਜੀ, ਹੇ ਕਰੁਣਾ ਨਿਧਾਨ ਸਤਿਗੁਰੂ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪ ਜੀ ਦੇ ਹਜੂਰ ਅਰਦਾਸ ਬੇਨਤੀ ਜੋਦੜੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦੇ ਗੁਰਤਾ ਗੱਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਵੈਸਾਖੀ ਦੇ ਦਿਹਾੜੇ ਨੂੰ ਵੈਸਾਖ ਦੀ ਸੰਗਰਾਂਦ ਦੇ ਸੰਬੰਧ ਵਿੱਚ ਦੀਵਾਨ ਸਜਾਏ ਹਨ, ਕੀਰਤਨ ਵਿਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰੋ ਅੱਗੇ ਵਾਸਤੇ, ਸੁੱਧ ਸਪਸ਼ਟ ਇਕਾਗਰ ਮਨ ਹੋ ਕੇ ਕੀਰਤਨ ਵਿਖਿਆਨ ਕਰਨ ਦਾ ਬਲ ਬਖਸ਼ੋ। ਹੇ ਮਿਹਰਬਾਨ ਜੀਓ, ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ ਅਤੇ ਤਿਲ ਫੁੱਲ ਭੇਟਾ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ। ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਭਰੋਸਾ ਬਖਸ਼ਣਾ, ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ ਇਲਾਹੀ ਦਰਗਾਹੀ, ਹੁਕਮਨਾਮਾ ਸਾਹਿਬ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਨਾਮ, ਅੱਠੇ ਪਹਿਰ ਚਿਤ ਆਵੇ। ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋਰਠ ਮਹਲਾ ਪੰਜਵਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁਖ ਮਿਟਾਇਆ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁਖ ਮਿਟਾਇਆ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖ ਦਾਤਾ, ਕਰਨ ਕਾਰਨ ਸਮਰੱਥ ਸੁਆਮੀ। ਪੂਰਨ ਪੁਰਖ ਵਿਧਾਤਾ ਰਹਾਉ, ਆਨੰਦ ਵਿਨੋਦ ਮੰਗਲ ਗੁਣ ਗਾਵਹੁ। ਗੁਰੂ ਨਾਨਕ ਭਏ ਦਇਆਲਾ, ਜੈ ਜੈਕਾਰ ਭਏ ਜਗ ਭੀਤਰ। ਹੋਆ ਪਾਰ ਬ੍ਰਹਮ ਰਖਵਾਲਾ, ਆਨੰਦ ਵਿਨੋਦ ਮੰਗਲ ਗੁਣ ਗਾਵਹੁ। ਗੁਰੂ ਨਾਨਕ ਭਏ ਦਇਆਲਾ, ਜੈ ਜੈਕਾਰ ਭਏ ਜਗ ਭੀਤਰ। ਹੋਆ ਪਾਰ ਬ੍ਰਹਮ ਰਖਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।